सत श्री अकाल प्यारे साथियों, स्वागत है तुहाडा एक बार फिर तो तुहाडे अपने यूट्यूब चैनल ते। साथियों, अज दा जो साडा इस एपीसोड का विषय है उस मुद्दे नाल तुसी काफ़ी बखूबी जाणू हो। एक इदां दी भयानक बीमारी पिछले साल आई, तकरीबन 2 साल ही हो गए ने। पिछला साल भी बर्बाद गया, ये साल भी, जिन्हें पूरी दुनिया नूं हिला के रख दिता। हर एंगल तो दुनिया नूं हिलाता, चाहे सोशली, इकनोमिकली, एजुकेशनली, इमोशनली, हर एंगल तो। कोरोना महामारी की मैं गल कर रहा, कोविड-19 जो वायरस है, जिहदे नाल काफ़ी लखां करोड़ां के हिसाब दे नाल पूरी दुनिया च मौतां होईयां। अज भी दोबारा फिर इन्हें सैकेंड वेव फड़ी है, फिर मॉडिफाई होके एक नवा रूप लैके आया है। तो ये नाल जुड़ियां कई तरह दियां लोगों के मन च मिथ्स ने, कई डर ने। सही की है, गलत की है, उहदे बारे अज तुहानूं इस एपीसोड दे विच पूरा जाणू करवावांगे। अज दे एपीसोड दे विच साडे जो मेहमान ने साडे स्टूडियो ते साडे चैनल ते उन्होंने शिरकत की है। उन्होंने नाम है डॉक्टर अक्षय संदल, जो कि पेशे तो मैडिकल प्रोफैशन नाल जुड़े ने, जो एक डेंटिस्ट ने। वो इस करोना महामारी दे नाल जुड़े तुहाडे हरेक शक सवाल दा तुहानूं अज जवाब देणगे। तो मैं उम्मीद करदा हाँ ये वीडियो देख के तुहाडे मन च जो भी करोना दे नाल जुड़े वहम भरम में जो भी तुहाडियां क्वेश्चनस ने वो जरूर हल होणगे। तो अज दे साडे एपीसोड दे मेहमान डॉक्टर अक्षय संदल जी, जो कि एक डेंटिस्ट ने, मैडिकल प्रोफैशन दे नाल जुड़े ने। डॉक्टर साहब, तुहाडा बहुत बहुत स्वागत है अज दे इस एपीसोड दे विच कि तुसी साडी रिक्वेस्ट ते साडे चैनल ते विजिट किया कि एक बहुत गंभीर जो मसला है, काफ़ी व्यूअर्स दे क्वेश्चन सी भी सर सानू इहदे बारे दस्सिया जाए, जां आम सोसाइटी विच असीं घुमदे आ देखदे आ कि की हाल हो रहा बीमारी दे नाल, ते सानू एक सटीक जानकारी की लोड़ सी। हाँ जी, मैं प्रदीप कुमार जी तुहाडा बहुत बहुत धन्नवादी हाँ कि तुसीं इस प्रोग्राम ਲਈ ਮੈਨੂੰ ਆਮੰਤਰਿਤ ਕੀਤਾ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਸੀਂ ਐਪੀਸੋਡ ਬਣਾਉਣ ਦਾ ਸੋਚਿਆ। ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਆਭਾਰੀ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਮਾਸਕ ਦੇ ਉੱਤੇ, ਕਿਉਂਕਿ ਦੇਖਿਆ ਜਾ ਰਿਹਾ ਹੈ ਮਾਸਕ ਟੀਵੀ ਦੇ ਵਿੱਚ ਐਡ ਆਉਂਦੀ ਹੈ, ਕਾਲ ਲਗਾਓ ਕਿਸੇ ਨੂੰ ਤੇ ਪਿੱਛੇ ਕੰਪਿਊਟਰ ਬੋਲਦਾ ਹੈ ਮਾਸਕ ਪਾਓ, ਸੈਨੀਟਾਈਜ਼ ਕਰੋ। ਤੇ ਮਾਸਕ ਕਿਸ ਤਰ੍ਹਾਂ ਦਾ ਪਾਇਆ ਜਾਵੇ? ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਮਾਸਕ ਕਿੰਨਾ ਕੁ ਜ਼ਰੂਰੀ ਹੈ ਤੇ ਕਿਸ ਤਰ੍ਹਾਂ ਦਾ ਮਾਸਕ ਪਾਉਣਾ ਚਾਹੀਦਾ ਹੈ ਤੇ ਹੱਥਾਂ ਦੀ ਸੈਨੀਟਾਈਜੇਸ਼ਨ ਜਾਂ ਉਹਨੂੰ ਕਿਸ ਤਰ੍ਹਾਂ ਅਸੀਂ ਧੋਣਾ ਹੈ, ਇਹਦੇ ਬਾਰੇ ਤੁਸੀਂ ਪੁੱਛ ਰਹੇ ਹੋ। ਇਹਦੇ 'ਚ ਮੈਂ ਤੁਹਾਨੂੰ ਦੱਸਾਂ ਕਿ ਮਾਸਕ ਪਾਉਣਾ ਬਹੁਤ ਹੀ ਜ਼ਰੂਰੀ ਹੈ। ਮਾਸਕ ਜੇ ਮੰਨ ਲਓ ਅਸੀਂ ਸਾਰੇ ਜਣੇ ਮਾਸਕ ਪਾਉਂਦੇ ਹਾਂ ਤੇ ਤੁਸੀਂ ਇਹ ਚੀਜ਼ ਨੋਟ ਕਰ ਲਓ ਕਿ ਘੱਟੋ ਘੱਟ ਅਸੀਂ 90 ਤੋਂ 95% ਜਿਹੜੇ ਆ ਬਿਮਾਰੀ ਦੇ ਫੈਲਾਅ ਦੇ ਚਾਂਸਿਸ ਨੂੰ ਘਟਾ ਦਿੰਦੇ ਹਾਂ। ਹੁਣ ਜਿਹੜੀ ਦੂਜੀ ਗੱਲ ਆ ਜਾਂਦੀ ਹੈ ਵੀ ਅਸੀਂ ਕਿਸ ਤਰ੍ਹਾਂ ਦਾ ਮਾਸਕ ਸਾਨੂੰ ਪਾਉਣਾ ਚਾਹੀਦਾ ਹੈ। ਬੇਸਿਕਲੀ ਜਿਹੜੇ ਆਮ ਲੋਕੀ ਹਨ ਰੈਗੂਲਰ ਯੂਜ਼ ਦੇ ਵਿੱਚ ਸਾਨੂੰ ਜਿਹੜਾ 3 ਪਲਾਈ ਮਾਸਕ ਪਾਉਣਾ ਚਾਹੀਦਾ ਹੈ। ਜਿਹੜਾ 3 ਪਲਾਈ ਮਾਸਕ ਹੈ ਕਿਉਂ ਪਾਉਣਾ ਚਾਹੀਦਾ? ਇਹਦੇ ਵਿੱਚ ਇਹ ਹੈਗਾ ਕਿ ਇਹਦੇ ਵਿੱਚ 3 ਲੇਅਰਸ ਹੁੰਦੀਆਂ ਆ, ਠੀਕ ਹੈ। ਜਿਹੜੀ ਉਹਦੀ ਬਾਹਰਲੀ ਪਰਤ ਹੁੰਦੀ ਆ ਉਹ ਕੀ ਕਰਦੀ ਆ, ਜਿਹੜਾ ਕੋਈ ਮੰਨ ਲਓ ਛਿੱਟਾ ਜਾਂ ਕੁਛ ਸਾਡੇ ਮਾਸਕ 'ਤੇ ਪੈ ਜਾਂਦਾ ਹੈ, ਕੋਈ ਗਿੱਲੀ ਚੀਜ਼ ਜਾਂ ਕੋਈ ਥੁੱਕ ਦਾ ਪਾਰਟੀਕਲ ਜਾਂ ਕੋਈ ਛਿੱਟਾ ਕਿਤੇ ਪੈ ਗਿਆ, ਉਹ ਉਹਨੂੰ ਰਿਪੈਲ ਕਰ ਦਿੰਦੀ ਆ, ਉਹਨੂੰ ਅੰਦਰ ਨਹੀਂ ਆਉਣ ਦਿੰਦੀ। ਵਿੱਚ ਇੱਕ ਫਿਲਟਰ ਲੱਗਾ ਹੁੰਦਾ ਹੈ, ਠੀਕ ਹੈ, ਜਿਹੜਾ ਉਹਨੂੰ ਜੋ ਸਾਡੀ ਸਾਹ 'ਚ ਹਵਾ ਆਉਂਦੀ ਆ ਉਹਨੂੰ ਪੁਣ ਕੇ ਅੰਦਰ ਭੇਜਦਾ, ਠੀਕ ਹੈ। ਇੱਕ ਜਿਹੜੀ ਉਹਦੇ ਅੰਦਰ ਲੇਅਰ ਲੱਗੀ ਹੁੰਦੀ ਹੈ ਉਹਦਾ ਕੰਮ ਕੀ ਹੈ, ਜਦੋਂ ਅਸੀਂ ਸਾਹ ਲੈਂਦੇ ਹਾਂ ਜਾਂ ਉਹ ਮਾਸਕ ਦੇ ਅੰਦਰ ਸਾਡੇ ਵੀ ਵਾਸ਼ਪ ਬਣਦੇ ਆ ਜਾਂ ਸਾਡੀ ਨੱਕ ਰਾਹੀਂ ਹਵਾ ਨਿਕਲਦੀ ਹੈ ਜਾਂ ਸਾਡਾ ਵੀ ਜਿੱਦਾਂ ਕਰ ਲਓ ਥੁੱਕ ਦੇ ਪਾਰਟੀਕਲ ਨਿਕਲਦੇ ਹਨ, ਉਹ ਉਹਨਾਂ ਨੂੰ ਅੰਦਰ ਹੀ ਰੱਖ ਲੈਂਦਾ ਹੈ, ਉਹ ਉਹਨਾਂ ਨੂੰ ਬਾਹਰ ਜਾਣ ਤੋਂ ਰੋਕ ਲੈਂਦਾ। ਇਸ ਕਰਕੇ ਜਿਹੜਾ 3 ਪਲਾਈ ਮਾਸਕ ਹੈ ਉਹ ਸਭ ਤੋਂ ਵਧੀਆ ਅਤੇ ਬਿਹਤਰ ਤਰੀਕਾ ਹੈ ਅਤੇ ਸਾਨੂੰ 3 ਪਲਾਈ ਮਾਸਕ ਦਾ ਹੀ ਯੂਜ਼ ਕਰਨਾ ਚਾਹੀਦਾ ਹੈ ਆਮ ਧਾਰਨਾ ਦੇ ਵਿੱਚ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜਾ 3 ਪਲਾਈ ਮਾਸਕ ਹੈ, ਇਹ ਨਹੀਂ ਕਿ ਅਸੀਂ ਇੱਕ ਵਾਰ ਪਾ ਲਿਆ ਅਤੇ ਸਾਰਾ ਦਿਨ ਹੀ ਉਹ ਪਾਈ ਰੱਖਿਆ ਜਾਂ ਕਿੱਦਾਂ ਹੈ ਨਾ। ਹੁਣ ਸਾਡੇ ਹੱਥ ਥਾਂ ਥਾਂ 'ਤੇ ਲੱਗਦੇ ਆ, ਅਸੀਂ ਥਾਂ ਥਾਂ 'ਤੇ ਜਗ੍ਹਾ 'ਤੇ ਜਾਂਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ ਉਹ ਮਾਸਕ ਸਾਡਾ ਕੰਟੈਮੀਨੇਟ ਵੀ ਹੋ ਜਾਂਦਾ ਹੈ। ਅਤੇ ਜਦੋਂ ਸਾਡਾ ਮਾਸਕ ਕੰਟੈਮੀਨੇਟ ਹੋ ਗਿਆ ਉਸ ਵੇਲੇ ਸਾਨੂੰ ਉਹਨੂੰ ਬਦਲ ਦੇਣਾ ਚਾਹੀਦਾ। ਇਹ ਨਹੀਂ ਕਿ ਅਸੀਂ ਇੱਕੋ ਹੀ ਮਾਸਕ ਪਾ ਲਿਆ 3 ਪਲਾਈ ਅਤੇ ਉਹਨੂੰ ਹੀ ਪਾਈ ਜਾਈਏ। ਜਦੋਂ ਸਾਡਾ ਉਹ ਮਾਸਕ ਕੰਟੈਮੀਨੇਟ ਹੋ ਗਿਆ ਅਤੇ ਸਾਨੂੰ ਦੂਜਾ ਮਾਸਕ ਨਵਾਂ ਪਾ ਲੈਣਾ ਚਾਹੀਦਾ। ਅਤੇ ਦੂਜੀ ਗੱਲ, ਜੇ ਅਸੀਂ ਕਾਟਨ ਦਾ ਮਾਸਕ ਵੀ ਕੋਈ ਯੂਜ਼ ਕਰਦੇ ਹਾਂ ਤਾਂ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਉਹਦਾ ਜਾਂ ਤਾਂ ਡਬਲ ਮਾਸਕ ਕਰ ਲਈਏ ਜਾਂ ਉਹ ਵੀ ਮਾਸਕ ਸਾਡਾ ਡਬਲ ਲੇਅਰ 'ਤੇ ਐਟਲੀਸਟ ਹੋਣਾ ਚਾਹੀਦਾ। ਕੁਛ ਹੱਦ ਤੱਕ ਜਿਹੜੀ ਹੈ ਉਹ ਸਾਨੂੰ
ਪ੍ਰੋਟੈਕਸ਼ਨ ਦੇ ਸਕੇ। ਤੇ ਬਾਕੀ ਜਿੱਦਾਂ ਅਸੀਂ ਆਪਣੇ ਕਲੀਨਿਕਲ ਯੂਜ਼ ਦੇ ਵਿੱਚ ਅਸੀਂ N95 ਜਿਹੜਾ ਮਾਸਕ ਆ ਉਹ ਯੂਜ਼ ਕਰਦੇ ਆ, ਜਿਹੜਾ ਡਾਕਟਰਸ ਲਈ ਬੈਨੀਫੀਸ਼ੀਅਲ ਹੈਗਾ ਆ। ਬਾਕੀ ਰਹਿ ਗਈ ਜਿਹੜੀ ਸੈਨੀਟਾਈਜ਼ਰ ਦੀ ਗੱਲ ਹੈ ਜਾਂ ਸਾਬਣ ਦੇ ਨਾਲ ਹੱਥ ਧੋਣਾ। ਹੱਥਾਂ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਸਾਫ਼ ਰੱਖਣਾ ਹੈ, ਚਾਹੇ ਅਸੀਂ ਸੈਨੀਟਾਈਜ਼ ਕਰਕੇ ਉਹਨੂੰ ਸਾਫ਼ ਰੱਖੀਏ, ਚਾਹੇ ਸਾਬਣ ਦੇ ਨਾਲ ਹੱਥ ਧੋਈਏ। ਸਾਬਣ ਦੇ ਨਾਲ ਹੱਥ ਧੋਨੇ ਆ ਜੇ ਅਸੀਂ, ਉਹ ਵੀ ਉਨਾ ਹੀ ਬੈਨੀਫੀਸ਼ੀਅਲ ਹੈ ਜਿੰਨਾ ਅਸੀਂ ਇੱਕ ਸੈਨੀਟਾਈਜ਼ ਕਰ ਲੈਂਦੇ ਆ। ਮਤਲਬ ਇਹ ਹੈ ਕਿ ਅਸੀਂ ਆਪਣੇ ਹੱਥਾਂ ਨੂੰ ਕੰਟੈਮੀਨੇਟ ਨਹੀਂ ਹੋਣ ਦੇਣਾ। ਰੈਗੂਲਰਲੀ ਅਸੀਂ ਆਪਣੇ ਹੱਥ ਚਾਹੇ ਸਾਬਣ ਨਾਲ ਧੋਈਏ, ਚਾਹੇ ਸੈਨੀਟਾਈਜ਼ਰ ਨਾਲ ਸਾਫ਼ ਕਰ ਲਈਏ। ਸਰ ਇੱਕ ਕੁਐਸਚਨ ਹੋਰ ਦਿਮਾਗ 'ਚ ਆ ਰਿਹਾ ਹੈ, ਮਾਸਕ ਨਾਲ ਰਿਲੇਟਡ ਹੀ ਹੈ। ਕਹਿ ਸਕਦੇ ਹਾਂ ਕਿ ਇਹ ਮਿੱਥ ਹੋਊਗੀ ਜਾਂ 'ਚ ਕੀ ਸੱਚਾਈ ਹੈ, ਤੁਹਾਡੇ ਤੋਂ ਪਤਾ ਲੱਗੇਗਾ ਕਿ ਮਾਸਕ ਪਾਉਣ ਦੇ ਨਾਲ ਇਹ ਵੀ ਕਹਿ ਰਹੇ ਕਿ ਬੋਡੀ ਦੇ ਵਿੱਚ ਆਕਸੀਜਨ ਦਾ ਲੈਵਲ ਘੱਟ ਹੋ ਜਾਂਦਾ ਹੈ। ਇਹ ਵੀ ਮੈਂ ਕਿਤੇ ਸੁਣਿਆ ਹੈ। ਜਾਂ ਡਬਲ ਮਾਸਕ ਪਾਓ, ਹੁਣ ਐਡ ਆ ਰਹੀ ਹੈ ਵੀ 2-2 ਮਾਸਕ ਪਾਓ। ਇਹ ਡਬਲ ਮਾਸਕ ਦਾ ਕੀ ਚੱਕਰ ਹੈ? ਜਾਂ ਜੋ ਮੈਂ ਪ੍ਰਸ਼ਨ ਪਹਿਲੇ ਤੁਹਾਨੂੰ ਪੁੱਛਿਆ ਹੈ ਕਿ ਆਕਸੀਜਨ ਲੈਵਲ ਇਹਦੇ ਨਾਲ ਇਹਦਾ ਕੋਈ ਰਿਲੇਸ਼ਨ ਹੈ ਜਾਂ ਇਹ ਨਿਰਾ ਝੂਠ ਹੈ? ਇਹਦੇ ਬਾਰੇ ਸਰੋਤਿਆਂ ਨੂੰ ਦੱਸੋ। ਦੇਖੋ, ਆਕਸੀਜਨ ਲੈਵਲ ਮਾਸਕ ਪਾਉਣ ਦੇ ਨਾਲ ਤੇ ਨਹੀਂ ਘਟਦਾ, ਸਮਾਂ ਕਿ ਜਿਹੜੀ ਫਿਲਟਰ ਹੋ ਕੇ ਸਾਨੂੰ ਜਿਹੜੇ ਵਾਇਰਸਿਸ ਤੋਂ ਅਸੀਂ ਬਚਾ ਕੇ ਜਿਹੜੀ ਅਸੀਂ ਸਾਹ ਲੈਣਾ ਆ, ਉਹ ਸਾਡੇ ਲਈ ਜ਼ਿਆਦਾ ਫਾਇਦੇਮੰਦ ਆ। ਬਾਕੀ ਜਿਹੜੀਆਂ ਮਿਥਸ ਹੈਗੀਆਂ ਕਿ ਸਾਡਾ ਆਕਸੀਜਨ ਦਾ ਲੈਵਲ ਘਟ ਜਾਣਾ ਜੇ ਅਸੀਂ ਮਾਸਕ ਪਾ ਕੇ ਰੱਖਿਆ, ਇਦਾਂ ਦਾ ਕੁਝ ਨਹੀਂ ਹੁੰਦਾ। ਰੈਗੂਲਰ ਯੂਜ਼ ਤੁਸੀਂ ਮਾਸਕ ਪਾ ਕੇ ਰੱਖ ਸਕਦੇ ਆ। ਕਈ ਕੰਟਰੀਜ਼ ਇਹੋ ਜਿਹੀਆਂ ਵੀ ਹੈਗੀਆਂ ਜਿੱਥੇ ਲੋਕ ਆਪਣੀ ਦਿਨਚਰਿਆ ਦੇ ਵਿੱਚ ਰੈਗੂਲਰ ਮਾਸਕ ਪਾਉਂਦੇ ਹਨ, ਤਾਂ ਤੇ ਉਹ ਤੇ ਆਕਸੀਜਨ ਦੀ ਕਮੀ ਦੇ ਨਾਲ ਵਿਚਾਰੇ ਮਾਰੀ ਜਾਣ। ਇਦਾਂ ਦਾ ਕੁਝ ਨਹੀਂ ਹੁੰਦਾ। ਆਪਣੇ ਆਪ ਨੂੰ ਬਚਾਉਣ ਲਈ, ਇਸ ਵਾਇਰਸ ਤੋਂ ਬਚਾਉਣ ਲਈ ਮਾਸਕ ਪਾਉਣਾ ਬਹੁਤ ਹੀ ਜ਼ਰੂਰੀ ਹੈ। ਤੇ ਸਾਥੀਓ, ਹੁਣ ਜੋ ਮਿੱਥ ਦਿਮਾਗ 'ਚ ਸੀ ਕਈਆਂ ਦੇ ਕਿ ਆਕਸੀਜਨ ਲੈਵਲ ਘਟ ਜਾਂਦਾ, ਤੁਸੀਂ ਇਹਨਾਂ ਗੱਲਾਂ ਅਫਵਾਹਾਂ ਦੇ ਮਗਰ ਨਹੀਂ ਜਾਣਾ। ਮਾਸਕ ਤੁਹਾਡੇ ਬਚਾਅ ਵਾਸਤੇ ਹੀ ਹੈ, ਸੈਨੀਟਾਈਜੇਸ਼ਨ ਤੁਹਾਡੇ ਬਚਾਅ ਵਾਸਤੇ ਹੀ ਹੈ। ਹੋਰ ਇੱਕ ਬਿਮਾਰੀ ਅੱਜ ਪਣਪ ਰਹੀ ਹੈ ਕਰੋਨਾ ਦੇ ਜੋ ਪੇਸ਼ੈਂਟ ਨੇ, ਇੱਕ ਕਾਲਾ ਫੰਗਸ ਜੋ ਬਲੈਕ ਫੰਗਸ ਦੀ ਬਿਮਾਰੀ ਹੈ, ਉਹ ਵੀ ਦੇਖਣ ਨੂੰ ਮਿਲ ਰਹੀ ਹੈ ਕਈਆਂ ਨੂੰ, ਕਰੋਨਾ ਪੇਸ਼ੈਂਟ ਨੂੰ ਹੋ ਰਹੀ ਹੈ। ਇਹ ਕੀ ਕਾਲਾ ਫੰਗਸ ਦੀ ਬਲੈਕ ਜੋ ਫੰਗਸ ਦੀ ਬਿਮਾਰੀ ਕੀ ਹੈ, ਕੀ ਇਹਦੇ ਵਿੱਚ ਸੱਚਾਈ ਹੈ, ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ। ਹਾਂਜੀ ਪ੍ਰਦੀਪ ਕੁਮਾਰ ਜੀ, ਜਿਹੜੀ ਬਲੈਕ ਫੰਗਸ ਦੀ ਅਸੀਂ ਗੱਲ ਕਰਦੇ ਹਾਂ ਜਾਂ ਮਿਕੋਰਮਾਈਕੋਸਿਸ ਦੀ ਆਪਾਂ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਹੈਗਾ ਕਿ ਇਹ ਜਿਹੜਾ ਵੀ ਕੋਵਿਡ ਪੇਸ਼ੈਂਟ ਜਿਹਨੂੰ ਕੋਵਿਡ ਹੋ ਕੇ ਹਟਿਆ ਹੈ ਜਾਂ ਕੋਵਿਡ ਤੋਂ ਠੀਕ ਹੋ ਗਿਆ, ਉਹ ਤੋਂ ਬਾਅਦ ਉਹਨੂੰ ਇਹ ਬਿਮਾਰੀ ਹੋਣੀ ਹੈ। ਇਦਾਂ ਦਾ ਕੁਛ ਨਹੀਂ ਹੈਗਾ, ਇਹ ਵੀ ਲੋਕਾਂ 'ਚ ਮਿੱਥ ਹੈਗਾ ਆ। ਬਾਕੀ ਜਿਹੜੀ ਇਹ ਬਲੈਕ ਫੰਗਸ ਜਾਂ ਮਿਕੋਰਮਾਈਕੋਸਿਸ ਨਾਂ ਦੀ ਜਿਹੜੀ ਬਿਮਾਰੀ ਹੈਗੀ ਆ, ਮੋਸਟਲੀ ਉਹਨਾਂ ਹੀ ਪੇਸ਼ੈਂਟਸ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਬਹੁਤ ਹੀ ਜ਼ਿਆਦਾ ਸੁਪਰੈਸ ਹੈਗੀ ਆ, ਜਾਂ ਫਿਰ ਜਿਹੜੇ ਮਤਲਬ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਆ, ਸੀਵੀਅਰ ਕੇਸਿਸ ਜਿਹੜੇ ਡਾਇਬਟੀਜ਼ ਦੇ ਹੈਗੇ ਆ, ਉਹਨਾਂ ਲੋਕਾਂ 'ਚ ਮੋਸਟਲੀ ਇਹ ਦੇਖਣ ਨੂੰ ਮਿਲਦੀ ਹੈਗੀ ਹੈ ਮਿਕੋਰਮਾਈਕੋਸਿਸ। ਬਾਕੀ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਜਿਹਨੂੰ ਕੋਵਿਡ ਤੋਂ ਜਿਹਨੇ ਆਪਣਾ ਇਲਾਜ ਕਰਾ ਲਿਆ ਜਾਂ ਠੀਕ ਹੋ ਗਿਆ ਉਹਨੂੰ ਇਹ ਹੋਣਾ ਹੈ। ਲੋਕਾਂ ਨੂੰ ਇਸ ਵਹਿਮ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਂ ਤੁਹਾਨੂੰ ਡੈਂਟਲ ਤੇ ਓਰਲ ਪੁਆਇੰਟ ਆਫ ਵਿਊ ਨਾਲ ਜਿਹੜਾ ਮਿਕੋਰਮਾਈਕੋਸਿਸ ਦਾ ਇਹ ਦੱਸਾਂਗਾ ਕਿ ਮੋਸਟਲੀ ਜਿਹੜੀ ਇਹ ਫੰਗਲ ਇਨਫੈਕਸ਼ਨ ਹੈਗੀ ਆ, ਇਹ ਸਟਾਰਟ ਸਾਡੇ ਜਿਹੜਾ ਸਾਡਾ ਮੈਗਜ਼ਿਲਰੀ ਏਰੀਆ ਹੈਗਾ ਆ, ਜਿਹੜਾ ਸਾਡਾ ਜਿਹਨੂੰ ਅਸੀਂ ਅਪਰਲਾ ਜਵਾੜਾ ਕਹਿ ਲੈਂਦੇ ਆ, ਉਹਦੇ ਨਾਲ ਰਿਲੇਟਡ ਜ਼ਿਆਦਾ ਹੁੰਦੀ ਹੈ। ਜਾਂ ਜਿਹੜੇ ਸਾਡੇ ਸਕਲ ਦੇ ਵਿੱਚ ਜਿਹੜਾ ਸਾਡਾ ਸਕਲ ਹੈਗਾ, ਉਹਦੇ 'ਚ ਜਿਹੜੇ ਸਾਇਨਸਿਸ ਹੈਗੇ ਆ, ਉਹਨੂੰ ਇਨਵੋਲਵ ਜ਼ਿਆਦਾ ਕਰਦੀ ਆ, ਸਾਡੀ ਆਈ ਨੂੰ ਇਨਵੋਲਵ ਕਰਦੀ ਆ। ਹਾਂ, ਸਾਨੂੰ ਇਹਦੇ ਤੋਂ ਬਚਾਅ ਰੱਖਣਾ ਚਾਹੀਦਾ ਹੈ। ਇਨ ਕੇਸ ਜਿਸ ਪੇਸ਼ੈਂਟ ਨੂੰ ਇਹ ਚੀਜ਼ਾਂ ਲੱਗਦੀਆਂ ਜਾਂ ਇਹਦੇ ਲੱਛਣ ਆਉਂਦੇ ਆ, ਇਹਦੇ ਲੱਛਣਾਂ 'ਚ ਬਿਮਾਰ ਹੈਗਾ ਆ, ਪੇਸ਼ੈਂਟ ਨੂੰ ਟੈਂਪਰੇਚਰ ਜ਼ਿਆਦਾ ਰਹਿ ਰਿਹਾ ਆ, ਜਾਂ ਫਿਰ ਉਹਨੂੰ ਮੂੰਹ ਦੇ ਵਿੱਚ ਕਿਤੇ ਲੱਗ ਰਿਹਾ ਵੀ ਮੈਨੂੰ ਕੋਈ ਅਲਸਰ ਟਾਈਪ ਦੀ ਕੋਈ ਚੀਜ਼ ਲੱਗ ਰਹੀ ਹੈ, ਇਹ ਹੋ ਰਹੀ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਰੈਗੂਲਰ ਜਿਹੜਾ ਆ ਆਪਣਾ ਚੈੱਕਅਪ ਕਰਾ ਲੈਣਾ ਚਾਹੀਦਾ ਆ। ਕਿ ਜੇ ਇਹਦਾ ਸਪਰੈਡ ਸਾਡੇ ਬ੍ਰੇਨ ਵੱਲ ਨੂੰ ਵੀ ਹੋ ਸਕਦਾ, ਜਿਹੜੀ ਕਿ ਡੈਥ ਵੱਲ ਨੂੰ ਵੀ ਜਾ ਸਕਦੀ ਆ। ਪਰ ਇਹ ਰੇਅਰੈਸਟ ਕੇਸਿਸ ਹੁੰਦੇ ਆ ਕਿ ਇਹ ਇਨਫੈਕਸ਼ਨ ਹੋਵੇ। ਹਰ ਇੱਕ ਕੋਵਿਡ ਪੇਸ਼ੈਂਟ ਜਿਹੜਾ ਕਿ ਟ੍ਰੀਟਮੈਂਟ ਕਰਾ ਕੇ ਆਇਆ ਉਹਨੂੰ ਇਹ ਹੋ ਜਾਣਾ, ਇਹ ਨੇ ਇੱਦਾਂ ਨਹੀਂ ਹੁੰਦਾ। ਅਤੇ ਇਹਨਾਂ ਅਫਵਾਹਾਂ ਤੋਂ ਲੋਕ ਦੂਰ ਰਹਿਣ ਅਤੇ ਆਪਣੇ ਆਪ ਨੂੰ ਜਿਹੜਾ ਮੈਂਟਲੀ ਵੀ ਸਟਰੋਂਗ ਰੱਖਣ। ਅਗਲਾ ਜੋ ਸਾਡਾ ਪ੍ਰਸ਼ਨ ਹੈ, ਇਹ ਕਰੋਨਾ ਦਾ ਜੋ ਟੈਸਟਿੰਗ ਹੈ, ਕੋਵਿਡ-19 ਦੀ ਟੈਸਟਿੰਗ ਦੇ ਬਾਰੇ ਤੁਹਾਡੇ ਤੋਂ ਪੁੱਛਾਂਗੇ। 2 ਤਰ੍ਹਾਂ ਦੀ ਟੈਸਟਿੰਗ ਚੱਲ ਰਹੀ। ਪਹਿਲੇ ਕਿਟਸ ਆਈਆਂ ਸੀ, ਰੈਪਿਡ ਟੈਸਟਿੰਗ, ਜਿਹੜੀ 1 ਦਿਨ 'ਚ ਰਿਪੋਰਟ, 2-3 ਘੰਟੇ 'ਚ ਰਿਪੋਰਟ ਆ ਜਾਂਦੀ ਹੈ। ਜਾਂ ਇੱਕ RT-PCR ਟੈਸਟ ਹੈ ਜੋ ਕਿ ਪੋਲੀਮਰੇਜ਼ ਚੇਨ ਰਿਐਕਸ਼ਨ, ਅਤੇ ਇਹਦੇ ਨਾਲ 3 ਦਿਨ ਦੇ ਬਾਅਦ ਰਿਪੋਰਟ ਦਿੰਦੇ ਨੇ। ਅਤੇ ਜ਼ਿਆਦਾਤਰ ਇਹਨੂੰ ਹੀ ਵੈਲਿਡ ਮੰਨਿਆ ਜਾਂਦਾ ਹੈ, ਜਾਂ ਐਜ਼ ਏ ਡਾਕੂਮੈਂਟ। ਜੇ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ, ਇੰਟਰਸਟੇਟ ਜਾਣਾ, ਅਤੇ ਤੁਹਾਡੇ ਕੋਲੋਂ ਇਹ ਵੀ ਮੰਗ ਲਿਆ ਜਾਂਦਾ ਹੈ ਕਿ ਤੁਹਾਡੀ ਕਰੋਨਾ ਦੀ ਜਿਹੜੀ ਰਿਪੋਰਟ ਹੈ ਉਹ 3 ਦਿਨ ਪੁਰਾਣੀ ਹੋਣੀ ਚਾਹੀਦੀ ਹੈ। ਮੈਂ ਸਰ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗਾ ਕਿ ਜੇ ਕਿਸੇ ਪੇਸ਼ੈਂਟ ਦੀ ਕਰੋਨਾ ਦੀ ਰਿਪੋਰਟ ਨੈਗੇਟਿਵ ਹੈ, RT-PCR ਉਹਦਾ ਨੈਗੇਟਿਵ ਆ ਗਿਆ, ਅਤੇ ਫਿਰ ਵੀ ਉਹਦੇ ਵਿੱਚ ਕਰੋਨਾ ਦੇ ਲੱਛਣ ਆ ਰਹੇ ਹੈ, ਅਤੇ ਕਿਸ ਤਰ੍ਹਾਂ ਮੰਨਿਆ ਜਾਵੇ ਕਿ ਜੇ RT-PCR ਇੱਕ ਸਹੀ ਟੈਸਟਿੰਗ ਹੈ
ਜਾਂ ਇਹਦੇ ਵਿੱਚ ਵੀ ਕੋਈ ਕਮੀ ਹੈ। ਇਹ ਵੀ ਦੇਖਿਆ ਜਾਂਦਾ ਹੈ ਵੀ ਕਈ ਵਾਰ ਟੈਸਟ ਨੈਗੇਟਿਵ ਆਉਂਦਾ ਪਰ ਫਿਰ ਵੀ ਉਹ ਬਿਮਾਰ ਹੈ, ਫਿਰ ਵੀ ਸਿੰਪਟਮ ਆ ਰਹੇ ਨੇ, ਫਿਰ ਵੀ ਉਹਨੂੰ ਜ਼ਿਆਦਾ ਯਾਨੀ ਐਮਰਜੈਂਸੀ ਕੰਡੀਸ਼ਨ 'ਚ ਪੇਸ਼ੈਂਟ ਚਲਾ ਜਾਂਦਾ ਹੈ। ਹਾਂਜੀ ਪ੍ਰਦੀਪ ਕੁਮਾਰ ਜੀ, ਜਿਹੜਾ RT-PCR ਟੈਸਟ ਅਸੀਂ ਕਰਵਾਉਂਦੇ ਆ ਆਪਣਾ ਕਿ ਕੋਵਿਡ ਸਾਨੂੰ ਹੈ ਜਾਂ ਹੈ ਨਹੀਂ, RT-PCR ਦੇ ਨਾਲ ਜਿਹੜਾ ਹੈਗਾ ਆ ਉਹ ਮੀਨਸ ਕਿ ਉਹਦੀ ਰਿਐਕਟੀਵਿਟੀ ਜਿਹੜੀ 70% ਤੱਕ ਉਹ ਰਿਐਕਟੀਵਿਟੀ ਆਪਣੀ ਸ਼ੋਅ ਕਰ ਦਿੰਦਾ ਆ। ਪਰ ਮੋਸਟਲੀ ਜਿੱਦਾਂ ਮੰਨ ਲਓ ਜੇ ਅਸੀਂ ਡਿਲੇ ਕਰ ਦਿੱਤਾ, ਸਾਨੂੰ ਕੋਵਿਡ ਇਨਫੈਕਸ਼ਨ ਅੱਜ ਹੈਗੀ ਆ, ਅਸੀਂ ਡਿਲੇ ਕਰ ਦਿੰਦੇ ਆ ਆਪਣਾ ਟੈਸਟ ਕਰਾਉਣ ਨੂੰ, ਤੇ ਮੇ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਉਹ ਉਸ ਟੈਸਟ ਨੂੰ ਨੈਗੇਟਿਵ ਵੀ ਸ਼ੋਅ ਕਰ ਦੇਵੇ। ਪਰ ਜੇ ਮਰੀਜ਼ ਦੇ ਵਿੱਚ ਕੋਈ ਸਿੰਪਟਮ ਨਹੀਂ ਆ ਰਹੇ ਜਾਂ ਕੋਈ ਚੀਜ਼ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਉਹਨੂੰ ਕੋਈ ਸਿੰਪਟਮ ਨਹੀਂ ਲੱਗ ਰਹੇ ਕੋਵਿਡ ਨਾਲ ਰਿਲੇਟਡ, ਤੇ ਜੇ ਉਹ ਸਵਸਥ ਹੈਗਾ ਆ ਤੇ ਉਹਦਾ RT-PCR ਜੇ ਨੈਗੇਟਿਵ ਹੈਗਾ ਤੇ ਉਹਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਹਾਂਜੀ, ਤੇ ਜਿਨ੍ਹਾਂ ਮਰੀਜ਼ਾਂ ਦੇ ਵਿੱਚ ਜੇ COVID-19 ਲਈ ਜਿਹੜਾ ਅਸੀਂ ਟੈਸਟ ਕਰਾਇਆ RT-PCR ਉਹ ਨੈਗੇਟਿਵ ਆ ਗਿਆ, ਪਰ ਉਹਨੂੰ ਸਿੰਪਟਮਸ ਹੈਗੇ ਆ, ਉਹਨੂੰ ਹਾਈ ਗ੍ਰੇਡ ਫੀਵਰ ਹੈ, ਉਹਨੂੰ ਹੋਰ ਵੀ ਕੋਵਿਡ ਨਾਲ ਰਿਲੇਟਡ ਸਿੰਪਟਮਸ ਨਜ਼ਰ ਆ ਰਹੇ ਆ, ਉਹਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਤਾਂ ਅਸੀਂ ਉਹਦੇ ਲਈ ਜਿਹੜੇ ਹੋਰ ਅਦਰ ਟੈਸਟ ਹੈਗੇ ਆ ਉਹ ਕਰਾ ਸਕਦੇ ਆ, ਜਿਹਦਾ D-dimer ਟੈਸਟ ਕਰਾਉਂਦੇ ਆ, ਜਿਹਦਾ ਉਹ ਤੋਂ ਬਾਅਦ ਜਿਹੜੇ ਸਾਡੇ ਡਾਕਟਰਸ ਹੈਗੇ ਆ ਉਹ CRP ਦਾ ਟੈਸਟ ਕਰਾਉਂਦੇ ਆ। ਠੀਕ ਆ, ਮੋਸਟਲੀ ਜੇ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਇਹ ਨਿਮੋਨੀਆ ਦੇ ਵੱਲ ਜਾ ਰਿਹਾ ਆ, ਪੇਸ਼ੈਂਟ ਨੂੰ ਨਿਮੋਨੀਆ ਹੋ ਰਿਹਾ ਆ, ਕਿਉਂਕਿ ਜਿਹੜੀ ਕੋਵਿਡ ਦੀ ਬਿਮਾਰੀ ਆ ਇਹ ਲੰਗਸ ਨੂੰ ਘੇਰਦੀ ਆ, ਲੰਗਸ ਨੂੰ ਘੇਰਦੀ ਹੈ ਨਿਮੋਨੀਆ ਦੀ ਫਾਰਮ 'ਚ। ਅਸੀਂ ਇਹ ਦੇਖਣਾ ਕਿ ਤੇ ਮਰੀਜ਼ ਸਾਡਾ ਨਿਮੋਨੀਆ ਵੱਲ ਤਾਂ ਨਹੀਂ ਜਾ ਰਿਹਾ। ਜਦੋਂ ਉਹ ਇਹਨਾਂ ਟੈਸਟਾਂ ਦੇ ਨਾਲ ਜਿਹੜੇ ਸਾਡੇ ਮੈਡੀਸਨ ਦੇ ਡਾਕਟਰਸ ਹਨ ਉਹ ਜਦੋਂ ਇਹ ਚੀਜ਼ਾਂ ਉੱਥੇ ਓਬਜ਼ਰਵ ਕਰਦੇ ਹਨ ਤੇ ਉਹ ਤੋਂ ਵੀ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਕੋਵਿਡ ਦਾ ਪੇਸ਼ੈਂਟ ਹੈ ਜਾਂ ਨਹੀਂ। ਜੇ ਅਸੀਂ ਇਹਨੂੰ ਟਾਈਮ ਸਿਰ ਆਪਾਂ ਆਪਣਾ ਚੈੱਕਅਪ ਕਰਾ ਲੈਂਦੇ ਹਾਂ, ਇਹ ਟੈਸਟਾਂ 'ਚ ਸਾਡੀਆਂ ਰਿਪੋਰਟਾਂ ਟਾਈਮ ਸਿਰ ਆ ਜਾਂਦੀਆਂ ਤੇ ਅਸੀਂ ਉਹਨੂੰ ਨਿਮੋਨੀਆ ਵੱਲ ਜਾਣ ਤੋਂ ਰੋਕ ਸਕਦੇ ਹਾਂ ਤੇ ਆਪਣੇ ਆਪ ਦਾ ਬਚਾਅ ਕਰ ਸਕਦੇ ਹਾਂ। ਉਮੀਦ ਕਰਦਾ ਹੈ ਸਰੋਤਿਆਂ ਨੂੰ ਜੋ ਸਰ ਨੇ ਟੈਸਟ 2 ਦੱਸੇ ਨੇ, ਪ੍ਰੋਟੀਨ ਟੈਸਟ ਦੇ ਬਾਰੇ ਇੱਕ ਦੱਸਿਆ ਹੈ ਜਾਂ ਡਾਈਮਰ ਟੈਸਟ ਦੇ ਬਾਰੇ ਇੱਕ ਗੱਲ ਕੀਤੀ ਹੈ, ਇਹ ਪਹਿਲੇ ਨਹੀਂ ਪਤਾ ਹੋਏਗਾ ਤੇ ਇਹ ਟੈਸਟ ਕਰਵਾਉਣ ਦੇ ਨਾਲ ਸਾਨੂੰ ਸ਼ੋਰਿਟੀ ਹੋ ਜਾਂਦੀ ਹੈ ਕਿ ਹੈ ਬਿਮਾਰੀ, ਜੇ ਸਾਡਾ RT-PCR ਕਈ ਵਾਰ ਫੇਲ ਵੀ ਹੋ ਜਾਂਦਾ ਹੈ। ਧੰਨਵਾਦ ਸਰ। ਸਰ ਮੈਂ ਨੈਕਸਟ ਜੋ ਇਹਦੇ ਨਾਲ ਰਿਲੇਟਡ ਜੋ ਕੁਐਸਚਨ ਹੈ ਉਹਦੀ ਗੱਲ ਕਰਾਂਗਾ। ਜੇ ਕਿਸੇ ਨੂੰ ਕਰੋਨਾ ਦੇ ਸਿੰਪਟਮ ਆ ਗਏ ਨੇ, ਘਰ ਦੇ ਵਿੱਚ ਕਿਸੇ ਨੂੰ ਕਰੋਨਾ ਹੋ ਗਿਆ ਹੈ, ਉਹਨੂੰ ਹੌਸਪੀਟਲ ਕਦੋਂ ਜਾਣਾ ਚਾਹੀਦਾ ਹੈ? ਕੀ ਉਹਦਾ ਇਲਾਜ ਘਰ ਵਿੱਚ ਕੀਤਾ ਜਾ ਸਕਦਾ ਹੈ? ਵੀ ਜੇ ਉਹਦਾ ਇਲਾਜ ਘਰ 'ਚ ਕਰਨ ਦੇ ਚਾਂਸਿਸ ਹੈ ਤੇ ਘਰ ਦੇ ਮੈਂਬਰਸ ਨੂੰ ਕਿਹੜੀ ਪ੍ਰੀਕੋਸ਼ਨ ਲੈਣੀ ਚਾਹੀਦੀ ਹੈ, ਇਹਦੇ ਬਾਰੇ ਥੋੜ੍ਹਾ ਦਰਸ਼ਕਾਂ ਨੂੰ ਦੱਸੋ। ਹਾਂਜੀ ਪ੍ਰਦੀਪ ਜੀ, ਕੋਵਿਡ ਜਿਹੜਾ ਹੈ ਇੱਕਦਮ ਐਡੇ ਸੀਵੀਅਰ ਰੂਪ 'ਚ ਸਟਾਰਟ ਨਹੀਂ ਹੁੰਦਾ। ਪਹਿਲਾਂ ਤਾਂ ਸਾਨੂੰ ਇਹ ਗੱਲ ਸਾਰਿਆਂ ਨੂੰ ਜਾਣ ਲੈਣੀ ਚਾਹੀਦੀ ਹੈ, ਮਾਈਲਡ ਸਿੰਪਟਮਸ ਤੋਂ ਇਹ ਸਟਾਰਟ ਹੁੰਦਾ ਆ। ਠੀਕ ਹੈ, ਬਾਕੀ ਹਰ ਇੱਕ ਜਿਹੜਾ ਮਰੀਜ਼ ਦੀ ਬੋਡੀ ਹੈਗੀ ਆ ਉਹ ਹਰ ਇੱਕ ਦੀ ਅਲੱਗ-ਅਲੱਗ ਤਰੀਕੇ ਨਾਲ ਰਿਸਪੌਂਸ ਕਰਦੀ ਹੈ। ਕਈ ਸਟਰੋਂਗ ਹੁੰਦੇ ਆ, ਕਈ ਵੀਕ ਹੁੰਦੇ ਆ। ਠੀਕ ਹੈ ਜੀ, ਕਈਆਂ ਦੀ ਇਮਿਊਨਿਟੀ ਬਹੁਤ ਸਟਰੋਂਗ ਹੁੰਦੀ ਹੈ ਜਿਹੜੀ ਇਹਨੂੰ ਟੈਕਲ ਕਰ ਲੈਂਦੀ ਹੈ। ਠੀਕ ਹੈ, ਜ਼ਰੂਰੀ ਨਹੀਂ ਜੇ ਸਾਨੂੰ ਕੋਵਿਡ ਪੋਜ਼ੀਟਿਵ ਅਸੀਂ ਆ ਗਏ ਹਾਂ ਤੇ ਅਸੀਂ ਹਸਪਤਾਲਾਂ ਨੂੰ ਦੌੜ ਜਾਈਏ, ਕਿਉਂਕਿ ਜਿੱਦਾਂ ਦੀ ਇਸ ਵੇਲੇ ਹੈਲਥ ਸਿਸਟਮ ਦੀ ਜੋ ਸਿਚੁਏਸ਼ਨ ਚੱਲ ਰਹੀ ਹੈ, ਜਿੱਦਾਂ ਦੇ ਹਾਲਾਤ ਚੱਲ ਰਹੇ ਆ, ਇੱਕ ਜਿਹੜਾ ਪੋਜ਼ੀਟਿਵ ਆ ਗਿਆ ਵਿਦ ਮਾਈਲਡ ਸਿੰਪਟਮਸ ਉਹ ਹਸਪੀਟਲ 'ਚ ਜਾ ਕੇ ਜੇ ਜਗ੍ਹਾ ਘੇਰ ਲੈਂਦਾ ਹੈ ਤਾਂ ਮੈਨੂੰ ਲੱਗਦਾ ਜਿਹੜਾ ਸੀਵੀਅਰ ਮਰੀਜ਼ ਹੈਗਾ ਆ, ਜਿਹਨੂੰ ਜ਼ਿਆਦਾ ਜ਼ਰੂਰਤ ਹੈਗੀ ਆ, ਉਹਦੇ ਲਈ ਉਹ ਚਾਂਸਿਸ ਘੱਟ ਜਾਂਦੇ ਆ ਨਾ। ਤੇ ਅਸੀਂ ਇਹਨਾਂ ਜਿਹੜੇ ਮਾਈਲਡ ਸਿੰਪਟਮਸ ਹੈਗੇ ਆ ਅਸੀਂ ਘਰ 'ਚ ਰਹਿ ਕੇ, ਗੌਰਮੈਂਟ ਦੀਆਂ ਦੇਖੋ TV 'ਤੇ ਗਾਈਡਲਾਈਨਸ ਦੱਸ ਰਹੀ ਹੈ, ਮੈਡੀਸਿਨਸ ਗੌਰਮੈਂਟ ਸਾਰਿਆਂ ਨੂੰ ਦੱਸ ਰਹੀ ਹੈ ਕਿ ਇਹ ਮੈਡੀਸਿਨਸ ਯਾਨੀ ਇੱਕ ਪ੍ਰੋਟੋਕੋਲ ਜਿਹੜਾ ਕੋਵਿਡ ਟਰੀਟਮੈਂਟ ਦਾ ਹੈਗਾ ਉਹ ਸਾਰਿਆਂ ਨੂੰ, ਸਾਰੇ ਇੰਡੀਅਨਸ ਨੂੰ ਇਸ ਵੇਲੇ ਬੇਸਿਕਲੀ ਸਾਰਿਆਂ ਨੂੰ ਪਤਾ ਹੈਗਾ। ਜੇ ਮਾਈਲਡ ਸਿੰਪਟਮਸ ਹੈਗੇ ਤਾਂ ਅਸੀਂ ਘਰ ਰਹੀਏ। ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਜਿਹੜੇ ਸਾਡੇ ਪੇਸ਼ੈਂਟ ਦੇ ਸਿੰਪਟਮਸ ਆ ਜਿਹੜੇ ਸੀਵੀਅਰ ਹੈਗੇ ਆ, ਫਿਰ ਸਾਨੂੰ ਹਸਪੀਟਲਾਈਜ਼ ਹੋਣ ਦੀ ਜ਼ਰੂਰਤ ਹੈਗੀ ਆ। ਜਿੱਦਾਂ ਮੰਨ ਲਓ ਉਹਦਾ ਜਿਹੜਾ ਹਾਈ ਫੀਵਰ ਹੈ ਉਹ ਹਾਈ ਗ੍ਰੇਡ ਹੈਗਾ, ਦੂਜਾ ਉਹਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਹੋਰ ਕਈ ਤਰ੍ਹਾਂ ਦੀਆਂ ਉਹਦਾ ਖਾਂਸੀ ਜ਼ੁਕਾਮ ਜਿਹੜਾ ਨਹੀਂ ਜਾ ਰਿਹਾ ਹੈ ਨਾ, ਜਦੋਂ ਅਸੀਂ ਦੇਖ ਲਿਆ ਵੀ ਇਹਦਾ ਸਾਹ ਲੈਣ 'ਚ ਵੀ ਦਿੱਕਤ ਆ, ਉਸ ਕੇਸ ਦੇ ਵਿੱਚ ਸਾਨੂੰ ਹਸਪੀਟਲਾਈਜ਼ ਹੋਣ ਦੀ ਜ਼ਰੂਰਤ ਹੈ। ਜੇ ਸਾਡੇ ਸਿੰਪਟਮਸ ਮਾਈਲਡ ਹੈਗੇ ਆ ਫਿਰ ਸਾਨੂੰ ਪੈਨਿਕ ਵੀ ਨਹੀਂ ਹੋਣ ਦੀ ਲੋੜ। ਆਪਣੇ ਘਰ ਦੇ ਵਿੱਚ ਗਵਰਨਮੈਂਟ ਦੀਆਂ ਗਾਈਡਲਾਈਨਸ ਫੋਲੋ ਕਰਕੇ ਜਾਂ ਫਿਰ ਤੁਹਾਡਾ ਕੋਈ ਫੈਮਿਲੀ ਡਾਕਟਰ ਹੈਗਾ ਆ ਉਹਦੇ ਨਾਲ ਤੁਸੀਂ ਗੱਲਬਾਤ ਕਰਕੇ ਆਪਣੇ ਆਪ ਨੂੰ ਘਰ ਦੇ ਵਿੱਚ ਹੀ ਸੁਰੱਖਿਅਤ ਤੇ ਠੀਕ ਕਰ ਸਕਦੇ ਹੋ। ਸਰ ਇੱਕ ਸਾਡੇ ਜੋ ਪੇਂਡੂ ਵਰਗ ਹੈ, ਲੋਕਾਂ ਦੇ ਮਨ 'ਚ ਬਹੁਤ ਡਰ ਹੈ ਵੀ ਹਸਪੀਟਲ ਨਹੀਂ ਜਾਣਾ। ਹਸਪੀਟਲ ਗਏ, ਕਈ ਇੱਦਾਂ ਦੇ ਵੀ ਦੇਖਿਆ ਜਾਂਦਾ, ਹਸਪੀਟਲ ਗਏ ਉਹਨਾਂ ਨੇ ਕਰੋਨਾ ਕੱਢ ਦਿੱਤਾ, ਫਿਰ ਉਹ ਐਡਮਿਟ ਕਰ ਲੈਂਦੇ ਨੇ, ਤੀਜੇ ਚੌਥੇ ਦਿਨ ਉਹਦੀ ਡੈਥ ਹੋ ਜਾਂਦੀ ਹੈ ਪੇਸ਼ੈਂਟ ਦੀ। ਇੱਦਾਂ ਦੇ ਕਾਫੀ ਕੇਸਿਸ ਦੇਖਣ ਨੂੰ ਮਿਲ ਰਹੇ ਨੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਲੋਕ ਕੀ ਕਰ ਰਹੇ ਨੇ, ਆਪਣਾ ਟੈਸਟ ਕਰਵਾਉਣ ਤੋਂ ਡਰ ਰਹੇ ਨੇ। ਬਟ ਜੇ ਕਰੋਨਾ ਨਿਕਲ ਵੀ ਰਿਹਾ ਹੈ ਤੇ ਲੋਕਾਂ ਦਾ ਜਿਹੜਾ ਮੈਂਟਲ ਲੈਵਲ ਆ ਉਹ ਡਾਵਾਂਡੋਲ ਹੋ ਰਿਹਾ, ਲੋਕ ਇਮੋਸ਼ਨਲੀ ਯਾਨੀ ਵੀਕ ਹੋ ਰਹੇ ਆ, ਸਮਾਜ ਉਹਨਾਂ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖ ਰਿਹਾ।
ਤੇ ਲੋਕ ਡਾਕਟਰਾਂ ਤੋਂ ਜਾਣ ਦੀ ਬਜਾਏ, ਐਕਸਪਰਟ ਤੋਂ ਜਾਣ ਦੀ ਬਜਾਏ, ਜੋ ਟ੍ਰੇਨਡ ਡਾਕਟਰ ਤੋਂ ਜਾਣ ਦੀ ਬਜਾਏ, ਜੋ ਪਿੰਡਾਂ 'ਚ ਲੋਕਲ ਹੀ ਡਾਕਟਰ ਨੇ ਜਾਂ ਮੈਡੀਕਲ ਸਟੋਰ ਤੋਂ ਦਵਾਈ ਖਾਣਾ ਜ਼ਿਆਦਾ ਠੀਕ ਸਮਝ ਰਹੇ ਨੇ। ਤੇ ਇਹ ਕਿੰਨਾ ਕੁ ਸਹੀ ਹੈ ਜਾਂ ਇਹਦੇ 'ਚ ਕਿੰਨਾ ਕੁ ਪੇਸ਼ੈਂਟ ਨੂੰ ਰਿਸਕ ਹੈ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਕਿਸ ਤਰ੍ਹਾਂ ਉਹਨਾਂ ਨੂੰ ਟੈਸਟਿੰਗ ਕਰਵਾਉਣ ਜਾਂ ਕਿਸ ਤਰ੍ਹਾਂ ਦਵਾਈ ਆਪਣੀ ਸ਼ੁਰੂ ਕਰਨ। ਕਿ ਸਾਨੂੰ ਕਰੋਨਾ ਮਹਾਮਾਰੀ ਦੇ ਦੌਰਾਨ ਇੱਕ ਤਾਂ ਪੈਨਿਕ ਹੋਣ ਦੀ ਲੋੜ ਬਿਲਕੁਲ ਨਹੀਂ ਹੈਗੀ, ਠੀਕ ਹੈ। ਕੋਈ ਇੱਦਾਂ ਦੀ ਬਿਮਾਰੀ ਨਹੀਂ ਹੈਗੀ ਵੀ ਜਿਹਨੇ ਸਾਨੂੰ ਘੇਰ ਹੀ ਲੈਣਾ ਹੈ ਜੀ, ਜੇ ਸਾਨੂੰ ਕਰੋਨਾ ਹੋ ਗਿਆ ਤਾਂ ਸਾਨੂੰ ਕੁਝ ਹੋ ਜਾਣਾ, ਇੱਦਾਂ ਦਾ ਕੁਝ ਨਹੀਂ ਹੈਗਾ। ਇਹਨੂੰ ਤੁਸੀਂ ਆਪਣੇ ਆਪ ਨੂੰ ਸਟਰੋਂਗ ਰੱਖੋ, ਜਿੱਦਾਂ ਇੱਕ ਨਾਰਮਲ ਫਲੂ ਨੂੰ ਅਸੀਂ ਫੇਸ ਕਰਦੇ ਹਾਂ ਉੱਦਾਂ ਹੀ ਇਹਨੂੰ ਫੇਸ ਕਰੋ। ਹਾਂ, ਜਿਨ੍ਹਾਂ ਨੂੰ ਸਿੰਪਟਮਸ ਜਿਹੜੇ ਸੀਵੀਅਰ ਹੈਗੇ ਆ ਉਹਨਾਂ ਨੂੰ ਹੌਸਪੀਟਲਾਈਜ਼ ਹੋਣ ਦੀ ਬੜੀ ਲੋੜ ਹੈਗੀ ਆ। ਬਾਕੀ ਅਨਨੈਸੈਸਰੀ ਪੈਨਿਕ ਹੋਣ ਦੀ ਕੋਈ ਗੱਲ ਨਹੀਂ। ਜੇ ਤੁਹਾਡੇ ਮਾਈਲਡ ਸਿੰਪਟਮਸ ਤੁਹਾਨੂੰ ਆਉਂਦੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਤੇ ਤੁਸੀਂ ਘਰ 'ਚ ਬਹਿ ਕੇ ਆਪਣੇ ਸਰਕਾਰ ਦੀਆਂ ਗਾਈਡਲਾਈਨਸ ਫੋਲੋ ਕਰਕੇ, ਜਾਂ ਜਿੱਦਾਂ ਅੱਜ ਕੱਲ੍ਹ ਹੈਲਪਲਾਈਨ ਨੰਬਰਸ ਬਹੁਤ ਸਰਕਾਰ ਵੀ ਪ੍ਰੋਵਾਈਡ ਕਰ ਰਹੀ ਹੈ ਜਾਂ ਪ੍ਰਾਈਵੇਟ ਐਸੋਸੀਏਸ਼ਨਸ ਦੁਆਰਾ ਵੀ ਹੈਲਪਲਾਈਨ ਨੰਬਰ ਦਿੱਤੇ ਜਾ ਰਹੇ ਹਨ ਕਿ ਜੇ ਤੁਹਾਨੂੰ ਘਰ ਦੇ ਵਿੱਚ ਮਾਈਲਡ ਸਿੰਪਟਮਸ ਹੈਗੇ ਆ, ਤੁਸੀਂ ਕਿਸ ਤਰ੍ਹਾਂ ਆਪਣੀ ਪ੍ਰੀਕਾਸ਼ਨ ਰੱਖਣੀ ਆ, ਕਿਸ ਤਰ੍ਹਾਂ ਸਾਵਧਾਨੀ ਰੱਖਣੀ ਆ, ਤੇ ਤੁਸੀਂ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਜਾਂ ਕਿਹੜੀ ਮੈਡੀਸਿਨ ਦੀ ਤੁਹਾਨੂੰ ਲੋੜ ਹੈ ਤੁਸੀਂ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਆਪਣੇ ਫੈਮਿਲੀ ਡਾਕਟਰ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ। ਹਾਂ, ਜਿਹੜੇ ਹੌਸਪੀਟਲਾਈਜੇਸ਼ਨ ਹੋਣ ਦੀ ਉਸੇ ਨੂੰ ਲੋੜ ਹੈ ਜਿਨ੍ਹਾਂ ਦੇ ਜਿਹੜੇ ਸਿੰਪਟਮਸ ਹੈਗੇ ਆ ਸੀਵੀਅਰ ਹੈਗੇ ਆ। ਬਾਕੀ ਜਿਹੜੀ ਰਹਿ ਗਈ ਗੱਲ ਕਿ ਅਸੀਂ ਲੋਕਲ RMPਆਂ ਤੋਂ ਦਵਾਈਆਂ ਲੈ ਕੇ ਜਾਂ ਕਿੱਦਾਂ, ਉਹ ਲੋਕ ਟ੍ਰੇਨਡ ਨਹੀਂ ਹੁੰਦੇ। ਉਹਨਾਂ ਦਾ ਉਹ ਤੁਹਾਡੀ ਕੰਡੀਸ਼ਨ ਨੂੰ ਵਰਸਟ ਵੀ ਕਰ ਸਕਦੇ ਆ, ਠੀਕ ਹੈ ਜੀ। ਇਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਸਰਕਾਰ ਦੀਆਂ ਗਾਈਡਲਾਈਨ ਫੋਲੋ ਕਰੋ। ਹੈਲਥ ਮਿਨਿਸਟਰੀ ਜਿਹੜੀਆਂ ਤੁਹਾਨੂੰ ਗਾਈਡਲਾਈਨਸ ਦੇ ਰਹੀਆਂ ਉਹਨਾਂ ਨੂੰ ਫੋਲੋ ਕਰੋ। ਜੋ ਡਾਈਟ ਪਲਾਨ ਚੱਲ ਰਿਹਾ ਉਹਨੂੰ ਫੋਲੋ ਕਰੋ। ਤੁਸੀਂ ਵਧੀਆ ਤਰੀਕੇ ਨਾਲ ਇੱਕ ਵਧੀਆ ਲਾਈਫ ਜੀ ਸਕਦੇ ਆ। ਆਪਣੇ ਆਪ ਨੂੰ ਕੋਈ ਡੀਮੋਰਲਾਈਜ਼ ਕਰਨ ਦੀ ਇਹਦੇ 'ਚ ਲੋੜ ਨਹੀਂ ਹੁੰਦੀ। ਬਾਕੀ ਮੈਂ ਸਮਾਜਿਕ ਤੱਥਾਂ ਦੇ ਹਿਸਾਬ ਨਾਲ ਵੀ ਜੇ ਮੈਂ ਗੱਲ ਕਰਾਂ, ਜੇ ਇਨ ਕੇਸ ਸਾਡੇ ਗੁਆਂਢ ਦੇ ਵਿੱਚ ਕੋਈ ਮਰੀਜ਼ ਕਰੋਨਾ ਪੋਜ਼ੀਟਿਵ ਆ ਜਾਂਦਾ ਤਾਂ ਸਾਨੂੰ ਉਹਨੂੰ ਮਤਲਬ ਸ਼ੱਕ ਦੀ ਨਜ਼ਰ ਜਾਂ ਕਿਸੇ ਹੋਰ ਤਰੀਕੇ ਨਾਲ ਦੇਖਣ ਦੀ ਲੋੜ ਨਹੀਂ ਹੈਗੀ। ਸਾਨੂੰ ਸਮਾਂ ਕਿ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਹੈ ਉਹਨੂੰ ਬੂਸਟ ਅਪ ਕਰਨਾ ਚਾਹੀਦਾ। ਉਹਨਾਂ ਦਾ ਮੋਰਾਲ ਜਿਹੜਾ ਥੱਲੇ ਨਹੀਂ ਡਿੱਗਣ ਦੇਣਾ ਚਾਹੀਦਾ, ਠੀਕ ਹੈ। ਕਿਉਂਕਿ ਹੁਣ ਮੈਂ ਜਿੰਨੀ 'ਚ ਓਬਜ਼ਰਵ ਕਰ ਰਿਹਾ ਉਹਦੇ 'ਚ ਇਹ ਵੀ ਦੇਖਿਆ ਗਿਆ ਕਿ ਬਿਨਾਂ ਮਤਲਬ ਤੋਂ ਹੀ ਲੋਕ ਪੈਨਿਕ ਕਰ ਰਹੇ ਹਨ, ਬਿਨਾਂ ਮਤਲਬ ਤੋਂ ਹੀ ਉਹ ਆਪਣਾ ਜਿਹੜਾ ਇਮੋਸ਼ਨਲੀ ਵੀਕ ਹੋ ਜਾ, ਜਿਹਦੀ ਕੋਈ ਜ਼ਰੂਰਤ ਨਹੀਂ ਹੈ। ਪੈਨਿਕ ਹੋਣ ਦੀ ਕੋਈ ਲੋੜ ਨਹੀਂ, ਇਮੋਸ਼ਨਲੀ ਵੀਕ ਹੋਣ ਦੀ ਕੋਈ ਲੋੜ ਨਹੀਂ। ਕੋਈ ਗੱਲ ਨਹੀਂ, ਜੇ ਕਿਸੇ ਨੂੰ ਮੰਨ ਲਓ ਸਿੰਪਟਮ ਆ ਵੀ ਗਏ ਉਹ ਠੀਕ ਹੋ ਜਾਂਦਾ, ਕੋਈ ਦਿੱਕਤ ਦੀ ਗੱਲ ਨਹੀਂ ਹੈਗੀ। ਆਪਣੇ ਆਪ ਨੂੰ ਆਪਣਾ ਜਿਹੜਾ ਮੋਰਾਲ ਆ ਉਹ ਕਦੇ ਨਾ ਡਾਊਨ ਹੋਣ ਦਿਓ। ਆਪਣਾ ਮੋਰਾਲ ਅਪ ਰੱਖੋ ਤੇ ਕੋਈ ਦਿੱਕਤ ਨਹੀਂ ਆਏਗੀ। ਜੋ ਕਰੋਨਾ ਵੈਕਸੀਨ ਹੈ, ਅਲਟੀਮੇਟ ਜੋ ਵਾਇਰਲ ਦਾ ਜੋ ਇੱਕ ਇਲਾਜ ਹੈ ਐਂਡ ਵੈਕਸੀਨੇਸ਼ਨ ਹੀ ਹੁੰਦੀ ਹੈ। ਦੇਖਦੇ ਆ ਛੋਟੀ ਉਮਰ 'ਚ ਹੀ ਬੱਚਿਆਂ ਨੂੰ ਟੀਕੇ ਲੱਗਦੇ ਨੇ। DTP ਦਾ ਟੀਕਾ ਲੱਗਿਆ ਜਾਂ ਹੋਰ ਕਈ ਨਵੀਆਂ ਬਿਮਾਰੀਆਂ ਆ ਰਹੀਆਂ ਨੇ, ਹੈਪੇਟਾਈਟਿਸ ਆ ਰਹੀ ਹੈ, ਉਹਦੇ ਹਿਸਾਬ ਨਾਲ ਜੋ ਵੈਕਸੀਨੇਸ਼ਨ 'ਚ ਵੀ ਚੇਂਜਿਸ ਆ ਰਹੀਆਂ ਨੇ। ਅਤੇ ਟੀਕੇ ਤਾਂ ਸਾਨੂੰ ਕਾਫੀ ਪੁਰਾਣੇ ਸਮੇਂ ਤੋਂ ਹੀ ਲੱਗ ਰਹੇ ਨੇ, ਬਟ ਕਰੋਨਾ ਦਾ ਜੋ ਟੀਕਾ ਹੈ, ਕਰੋਨਾ ਦਾ ਟੀਕਾ ਮੈਂ ਕਹਿ ਰਿਹਾ ਕਿ ਜਿਸ ਤਰ੍ਹਾਂ ਟੈਸਟਿੰਗ ਦਾ ਪਹਿਲੇ ਹਊਆ ਬਣਿਆ ਸੀ, ਹੁਣ ਕਰੋਨਾ ਦੇ ਇੰਜੈਕਸ਼ਨ ਦਾ ਇੱਕ ਬੜਾ ਹਊਆ ਬਣ ਗਿਆ ਹੈ। ਉਹਦੇ ਬਾਰੇ ਤੁਹਾਡੇ ਕੋਲੋਂ ਕੁਛ ਜਾਣਕਾਰੀ ਮੈਂ ਲੈਣਾ ਚਾਹਾਂਗਾ ਕਿ ਵੈਕਸੀਨ ਦੇ ਵਿੱਚ ਜੋ ਮਿਥਸ ਆ ਰਹੀਆਂ ਨੇ ਕਿ ਇਹ ਝੂਠ ਹੀ ਹੈ, ਇਹ ਨਾ ਲਗਵਾਓ, ਇਹ ਲਗਾਉਣ ਦੇ ਨਾਲ ਕਈਆਂ ਦੀ ਮੌਤ ਹੋ ਰਹੀ ਹੈ। ਇਹਨਾਂ ਚੀਜ਼ਾਂ ਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿ ਵੈਕਸੀਨ ਲਗਵਾਉਣਾ ਸਹੀ ਹੈ, ਕਿਸ ਕੰਡੀਸ਼ਨ 'ਚ ਵੈਕਸੀਨ ਨਹੀਂ ਲਗਵਾਉਣਾ, ਇਹਦੇ ਬਾਰੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਜਿਹੜਾ ਵੈਕਸੀਨ ਲਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਦੇਖੋ, ਜੇ ਅਸੀਂ ਵੈਕਸੀਨ ਲਵਾਵਾਂਗੇ, ਜ਼ਿਆਦਾ ਤੋਂ ਜ਼ਿਆਦਾ ਲੋਕ ਵੈਕਸੀਨ ਲਵਾਉਣਗੇ ਤਾਂ ਇੱਕ ਕਿਸਮ ਦੀ ਸਾਡੇ ਇਨਡਾਇਰੈਕਟ ਹਾਰਡ ਇਮਿਊਨਿਟੀ ਪੈਦਾ ਹੋ ਜਾਂਦੀ ਹੈ। ਵੈਕਸੀਨ ਲਗਾਉਣਾ ਬਹੁਤ ਹੀ ਜ਼ਰੂਰੀ ਹੈ। ਬਾਕੀ ਜਿਹੜੀਆਂ ਵੈਕਸੀਨ ਜਦੋਂ ਵੀ ਸਰਕਾਰ ਕੋਈ ਵੈਕਸੀਨ ਲਾਂਚ ਕਰਦੀ ਆ ਜਾਂ ਮਾਰਕੀਟ ਦੇ ਵਿੱਚ ਕੋਈ ਵੈਕਸੀਨ ਆਉਂਦੀ ਆ, ਉਹ ਪੂਰੇ ਟਰਾਇਲ ਹੋ ਕੇ ਆਉਂਦੀ ਆ, ਠੀਕ ਹੈ। ਉਹਦਾ ਕੋਈ ਇੱਦਾਂ ਦਾ ਫੇਲੀਅਰ ਨਹੀਂ ਹੁੰਦਾ। ਬਾਕੀ ਦੇਖੋ, ਮਾਈਲਡ ਸਿੰਪਟਮਸ ਆਫਟਰ ਵੈਕਸੀਨ ਹਰ ਕਿਸੇ ਦੇ ਵੀ ਆ ਜਾਂਦੇ ਆ। ਹੁਣ ਅਸੀਂ ਮੰਨ ਲਓ ਛੋਟੇ ਹੁੰਦੇ ਅਸੀਂ ਬੱਚਿਆਂ ਨੂੰ ਇੰਜੈਕਸ਼ਨ ਲਾਉਂਦੇ ਆ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀ, ਠੀਕ ਹੈ। ਹਰ ਇੱਕ ਬੱਚੇ ਨੂੰ ਉਹਦੇ ਸਿੰਪਟਮ ਆਉਂਦੇ ਆ, ਕਈਆਂ ਨੂੰ ਬੁਖਾਰ ਰਹਿੰਦਾ ਆ, ਬੱਚਿਆਂ ਨੂੰ ਕੁਛ ਆ ਜਾਂਦਾ ਹੈ। ਮਾੜੇ ਮੋਟੇ ਮਾਈਲਡ ਸਿੰਪਟਮਸ ਤੇ ਆਫਟਰ ਵੈਕਸੀਨ ਆਉਂਦੇ ਆ, ਕਿਉਂਕਿ ਸਾਡੀ ਜਿਹੜੀ ਬੋਡੀ ਆ ਰਿਸਪੌਂਸ ਕਰਦੀ ਆ, ਸਾਡੀ ਜਿਹੜੀ ਇਮਿਊਨਿਟੀ ਆ ਉਸ ਤਰੀਕੇ ਨਾਲ ਰਿਸਪੌਂਸ ਕਰਦੀ ਆ, ਅਤੇ ਉਹ ਜਿਹੜਾ ਮਾਈਲਡ ਸਿੰਪਟਮ ਸਾਰਿਆਂ ਨੂੰ ਆਉਂਦੇ ਆ, ਠੀਕ ਹੈ। ਇੱਦਾਂ ਦੀ ਕੋਈ ਉਹਦੇ 'ਚ ਘਬਰਾਉਣ ਦੀ ਗੱਲ ਨਹੀਂ ਹੈਗੀ ਕਿ ਮੈਂ ਜੇ ਸਾਨੂੰ ਸਿੰਪਟਮਸ ਆ ਗਏ ਜਾਂ ਕੁਛ ਹੁੰਦਾ ਹੈ। ਆਫਟਰ ਵੈਕਸੀਨ ਇਹ ਚੀਜ਼ਾਂ ਜਿਹੜੀਆਂ ਨੋਰਮਲ ਹੈਗੀਆਂ। ਹਾਂ, ਦੇਖੋ, ਜਿੱਦਾਂ ਅੱਜ ਕੱਲ੍ਹ ਵੈਕਸੀਨ ਚੱਲ ਰਹੀ ਹੈ, ਕਈਆਂ ਨੂੰ ਹਾਈਪਰ ਸੈਂਸਿਟਿਵ ਰਿਐਕਸ਼ਨ ਹੋ ਜਾਏ, ਉਹਦੇ ਲਈ ਬੜਾ ਵਧੀਆ ਪ੍ਰੀਕਾਸ਼ਨ ਹੈਗਾ ਕਿ ਜਦੋਂ ਇੰਜੈਕਸ਼ਨ ਕਿਤੇ ਲੱਗਦਾ ਹੈ ਅਤੇ ਡਾਕਟਰਸ ਉਹਦੀ ਵੇਟ ਕਰਾਉਂਦੇ ਆ। ਡਾਕਟਰਸ ਆਪਣੇ ਦੇ ਕੋਲ
30 ਮਿੰਟ ਤੋਂ 40 ਮਿੰਟ ਤੱਕ ਮਰੀਜ਼ ਨੂੰ ਆਪਣੇ ਕੋਲ ਬਿਠਾਉਂਦੇ ਆ। ਬਾਕੀ ਟੀਮ ਉੱਥੇ ਤਿਆਰ ਹੁੰਦੀ ਹੈ ਕਿ ਇਸ ਕੋਈ ਦਿੱਕਤ ਆਉਂਦੀ ਹੈ ਉਹ ਤੁਹਾਨੂੰ ਕਦੇ ਵੀ ਆ ਸਕਦੀ ਹੈ। ਜ਼ਰੂਰੀ ਨਹੀਂ ਹੈਗਾ ਕਿ ਵੈਕਸੀਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਦਿੱਕਤ ਜਾਂ ਕੋਈ ਹਾਈਪਰ ਸੈਂਸਿਟਿਵਿਟੀ ਰਿਐਕਸ਼ਨ ਤੁਹਾਨੂੰ ਕਿਤੇ ਵੀ ਹੋ ਸਕਦੀ ਹੈ, ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ, ਠੀਕ ਹੈ। ਅਤੇ ਇਹ ਚੀਜ਼ਾਂ ਨੂੰ ਆਪਾਂ ਹਊਆ ਬਣਾ ਕੇ ਸਮਾਜ ਅੱਗੇ ਪੇਸ਼ ਕਰਨਾ ਇਹ ਗਲਤ ਹੈ। ਵੈਕਸੀਨ ਦੇ ਸਾਈਡ ਇਫੈਕਟ ਜਿਹੜੇ ਮਾਈਲਡ ਆ ਹਰ ਇੱਕ ਵੈਕਸੀਨ ਦੇ ਹੁੰਦੇ ਆ। ਜਦੋਂ ਵੀ ਕੋਈ ਇੱਦਾਂ ਦੀ ਬਿਮਾਰੀ ਆਉਂਦੀ ਹੈ, ਜਿਹਦੀ ਵੈਕਸੀਨ ਤਿਆਰ ਹੁੰਦੀ ਹੈ, ਬੁਖਾਰ ਚੜ੍ਹਨਾ, ਸੁਸਤੀ ਰਹਿਣੀ, ਚੱਬਾਂ ਆਉਣੀਆਂ ਜਾਂ ਕਿਤੇ ਦਰਦ ਰਹਿਣੀ, ਇਹ ਜਿਹੀਆਂ ਜਿਹੜੇ ਜਾਂ ਫਿਰ ਸਾਡਾ ਪੇਟ ਜਿਹੜਾ ਥੋੜ੍ਹਾ ਖ਼ਰਾਬ ਰਹਿ ਸਕਦਾ, ਇਹ ਜਿਹੇ ਸਿੰਪਟਮਸ ਮਾਈਲਡ ਜਿਹੜੇ ਆਉਂਦੇ ਹੁੰਦੇ ਆ। ਅਤੇ ਇਹਦੇ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਵੈਕਸੀਨ ਜਿਹੜੀ ਆ ਸਾਨੂੰ ਹਰ ਇੱਕ ਬੰਦੇ ਨੂੰ ਕਰਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਨਵੇਂ ਵੈਕਸੀਨਸ ਦੇ ਟਾਈਪ ਸਾਰੇ ਨੇ ਮਾਰਕੀਟ ਦੇ ਵਿੱਚ ਸਰਕਾਰ ਲਾਂਚ ਕਰ ਰਹੀ ਹੈ। ਕੁਛ ਇੰਡੀਆ ਦੇ ਥਰੂ ਹੀ ਬਣੇ ਨੇ, ਕਈ ਬਾਹਰੋਂ ਮੰਗਵਾਏ ਜਾ ਰਹੇ ਨੇ। ਜਿਸ ਤਰ੍ਹਾਂ ਕੋਵੈਕਸਿਨ ਵੈਕਸੀਨ ਹੋ ਗਿਆ, ਕੋਵਾਸ਼ੀਲਡ ਹੋ ਗਿਆ, ਸਪੁਤਨਿਕ 5 ਨਾਂ ਦਾ ਇੱਕ ਇੰਜੈਕਸ਼ਨ ਹੈ। ਇਹਦੇ ਨਾਲ ਨਿਊਜ਼ ਵਿੱਚ ਕੀ ਦੱਸਿਆ ਜਾਂਦਾ ਹੈ, ਨਿਊਜ਼ ਵਿੱਚ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਸਹੀ ਹੈ? ਕਿਹੜਾ ਵੈਕਸੀਨ ਲਗਵਾਉਣਾ ਚਾਹੀਦਾ ਹੈ, ਇਹਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ। ਦੇਖੋ, ਜਿਹੜੇ ਵੈਕਸੀਨ ਇਸ ਵੇਲੇ ਭਾਰਤ ਦੇ ਵਿੱਚ ਚੱਲ ਰਹੇ ਹਨ ਉਹ ਦੋ ਹਨ, ਇੱਕ ਕੋਵਿਸ਼ੀਲਡ, ਇੱਕ ਕੋਵੈਕਸਿਨ। ਕੋਵਿਸ਼ੀਲਡ ਤੋਂ ਜਿਹੜੀ ਆ ਸ਼ੁਰੂਆਤ ਕੀਤੀ ਗਈ ਸੀ ਸਾਰਿਆਂ ਨੂੰ, ਜਿਹੜੇ ਕੋਵਿਸ਼ੀਲਡ ਲੱਗ ਰਹੇ ਹਨ, ਵਿੱਚ ਕੋਵੈਕਸਿਨ ਵੀ ਲੱਗ ਰਹੇ ਹਨ। ਦੋਨੋਂ ਹੀ ਵੈਕਸੀਨ ਸੇਫ ਹਨ ਆਪਣੀ ਆਪਣੀ ਜਗ੍ਹਾ। ਅਤੇ ਇਹ ਨਹੀਂ ਹੈਗਾ ਕਿ ਕੋਵਿਸ਼ੀਲਡ ਅਸੀਂ ਲਵਾਈਏ ਜਾਂ ਫਿਰ ਅਸੀਂ ਕੋਵੈਕਸਿਨ ਲਵਾਈਏ। ਤੁਸੀਂ ਕੋਈ ਵੀ ਵੈਕਸੀਨ ਲਵਾ ਸਕਦੇ ਆ। ਕੋਵਿਸ਼ੀਲਡ ਜੇ ਤੁਹਾਨੂੰ ਲੱਗ ਰਹੀ ਹੈ ਤਾਂ ਤੁਹਾਨੂੰ ਉਹਦਾ ਵੀ ਉਨਾ ਹੀ ਐਡਵਾਂਟੇਜ ਹੈਗਾ ਜਿੰਨਾ ਕੋਵੈਕਸਿਨ ਦਾ ਹੈਗਾ। ਆਪਾਂ ਜੇ ਆਪਾਂ ਕੰਪੈਰੀਜ਼ਨ 'ਤੇ ਜਾਈਏ ਤਾਂ ਇਹਦਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਕਿ ਇਹ ਜ਼ਿਆਦਾ ਵਧੀਆ ਜਾਂ ਉਹ ਜ਼ਿਆਦਾ ਵਧੀਆ। ਜਿਹੜੀ ਵੈਕਸੀਨ ਆ ਰਹੀ ਆ ਉਹ ਫਾਇਦੇਮੰਦ ਹੀ ਆ। ਬਾਕੀ ਜਿਹੜਾ ਕੋਵੈਕਸਿਨ ਅਤੇ ਕੋਵਿਸ਼ੀਲਡ ਦੇ ਵਿੱਚ ਜਿਹੜੀਆਂ 2 ਡੋਜ਼ਾਂ ਦੇ ਵਿੱਚ ਟਾਈਮ ਇੰਟਰਵਲ ਦਾ ਡਿਫਰੈਂਸ ਹੈਗਾ। ਜਿਵੇਂ ਕਿ ਜਿੱਦਾਂ ਕੋਵਿਸ਼ੀਲਡ ਹੋ ਗਈ, ਕੋਵਿਸ਼ੀਲਡ ਦੀ ਜਦੋਂ ਤੁਹਾਨੂੰ ਅੱਜ ਇੱਕ ਡੋਜ਼ ਲੱਗ ਗਈ ਹੈ ਅਤੇ ਮੋਸਟਲੀ 4 ਤੋਂ 6 ਹਫ਼ਤੇ ਬਾਅਦ ਜਿਹੜੀ ਦੂਜੀ ਡੋਜ਼ ਤੁਹਾਨੂੰ ਲੱਗੇਗੀ। ਅਤੇ ਜਿਹੜੀ ਕੋਵੈਕਸਿਨ ਹੈਗੀ ਆ, ਕੋਵੈਕਸਿਨ ਦਾ ਆਈ ਥਿੰਕ 0 to 28 ਡੇਜ਼ ਹੈਗੇ ਆ ਕਿ ਜੇ ਤੁਹਾਨੂੰ ਅੱਜ ਇੱਕ ਡੋਜ਼ ਲੱਗ ਗਈ ਤਾਂ ਆਫਟਰ 28 ਡੇਜ਼ ਤੁਹਾਨੂੰ ਜਿਹੜੀ ਉਹਦੀ ਦੂਜੀ ਡੋਜ਼ ਲੈਣੀ ਪਏਗੀ। ਬਾਕੀ ਜਿਹੜਾ ਇਹਨਾਂ ਦਾ ਕੰਮ ਦਾ ਤਰੀਕਾ ਹੈ, ਇਮਿਊਨਿਟੀ, ਉਹ ਸੇਮ ਹੈਗਾ ਆ। ਇੱਦਾਂ ਦਾ ਕੋਈ ਨਹੀਂ ਕਿ ਇਹ ਬੈਟਰ ਹੈਗਾ ਜਾਂ ਇਹ ਬੈਟਰ ਹੈਗਾ, ਉਹ ਸਾਰਾ ਠੀਕ ਹੈਗਾ। ਜਿਹੜੇ ਪੇਸ਼ੈਂਟ ਨੇ ਵੈਕਸੀਨ ਲਗਵਾਇਆ ਹੈ ਉਹਨੂੰ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ? ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਫਸਟ ਡੋਜ਼ ਲਗਾਉਣ ਦੇ ਬਾਅਦ ਹੀ ਕਈਆਂ ਨੂੰ ਕੁਛ ਬੋਡੀ 'ਚ ਹੁੰਦਾ ਹੈ, ਕਈਆਂ ਨੂੰ ਡਰਾਸਟਿਕ ਸਿੰਪਟਮ ਦੇਖਣ ਨੂੰ ਮਿਲਦੇ ਨੇ। ਉਹ ਡਰ ਜਾਂਦੇ ਨੇ ਕਿ ਮੈਂ ਤਾਂ ਇੱਕ ਪਹਿਲਾਂ ਲਗਵਾ ਲਿਆ ਜੀ, ਮੈਂ ਹੁਣ ਦੂਸਰਾ ਨਹੀਂ ਲਗਵਾਉਣਾ। ਤੁਸੀਂ ਇਹ ਦੱਸੋ ਕਿ ਡੋਜ਼ 2 ਜਿਹੜੀ ਹੈ ਉਹ ਲਗਵਾਉਣੀ ਜ਼ਰੂਰੀ ਹੈ, ਜਾਂ ਜਿਸ ਨੇ ਕਰੋਨਾ ਦਾ ਟੀਕਾ ਲਗਵਾਇਆ ਹੈ ਉਹਨੂੰ ਕਿਹੜੀਆਂ ਜੋ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ ਨੇ, ਉਹਦੇ ਬਾਰੇ ਜ਼ਰੂਰ ਸਾਥੀਆਂ ਨੂੰ ਦੱਸੋ। ਦੇਖੋ, ਜਿਹੜੀ ਸਭ ਤੋਂ ਵੱਡੀ ਪ੍ਰੀਕੋਸ਼ਨ ਲੈਣੀ ਹੈਗੀ ਆ ਉਹ ਤਾਂ ਸਾਡਾ ਜਿਹੜੇ ਜਿਸ ਜਗ੍ਹਾ 'ਤੇ ਜਿਸ ਸੈਂਟਰ 'ਚ ਕੋਵਿਡ ਦਾ ਇੰਜੈਕਸ਼ਨ ਲੱਗਦਾ ਉੱਥੇ ਡਾਕਟਰਸ ਉਹ ਪਹਿਲਾਂ ਹੀ ਲੈ ਲੈਂਦੇ ਆ। ਉਹ ਹੈਗਾ ਕਿ ਆਪਾਂ ਇਹ ਦੇਖਣਾ ਕਿ ਮਰੀਜ਼ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਆਫਟਰ ਇੰਜੈਕਸ਼ਨ। ਅਤੇ ਮੈਨੂੰ ਲੱਗਦਾ ਜਿੰਨੇ ਵੀ ਕੋਵਿਡ ਇੰਜੈਕਸ਼ਨ ਦੇ ਸੈਂਟਰ ਹੈਗੇ ਆ ਜਿੱਥੇ ਇੰਜੈਕਸ਼ਨ ਲੱਗ ਰਹੇ ਆ, ਉਹ ਮਰੀਜ਼ ਨੂੰ ਆਪਣੇ ਕੋਲ 30 ਤੋਂ 40 ਮਿੰਟ ਤੱਕ ਉਸੇ ਵੇਲੇ ਬਿਠਾ ਕੇ ਰੱਖਦੇ ਹਨ ਕਿ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ। ਪਹਿਲੀ ਤਾਂ ਗੱਲ ਜਿਹੜੀ ਖਤਰੇ ਦੀ ਉਹ ਸਾਡੀ ਉੱਥੇ ਨਿਬੜ ਜਾਂਦੀ ਅਤੇ ਸਾਨੂੰ ਡਰਨ ਦੀ ਕੋਈ ਲੋੜ ਨਹੀਂ। ਦੂਜੀ ਜਿਹੜੀ ਗੱਲ ਦਾ ਅਸੀਂ ਮੇਨ ਖਿਆਲ ਰੱਖਣਾ, ਜੇ ਮੰਨ ਲਓ ਮੈਂ ਕੋਵਿਸ਼ੀਲਡ ਦਾ ਇੰਜੈਕਸ਼ਨ ਲਵਾਇਆ ਅਤੇ ਮੇਰੀ ਦੂਜੀ ਡੋਜ਼ ਵੀ ਕੋਵਿਸ਼ੀਲਡ ਦੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਜੇ ਮੈਂ ਕੋਵੈਕਸਿਨ ਦਾ ਲਵਾਇਆ ਤਾਂ ਮੇਰੀ ਜਿਹੜੀ ਦੂਜੀ ਡੋਜ਼ ਆ ਉਹ ਵੀ ਕੋਵੈਕਸਿਨ ਦੀ ਹੋਣੀ ਚਾਹੀਦੀ ਹੈ, ਠੀਕ ਹੈ। ਬਾਕੀ ਬੰਦੇ ਕਈ ਕਹਿੰਦੇ ਜੀ ਮੈਨੂੰ ਤਾਂ ਬਹੁਤ ਬੁਖਾਰ ਹੋ ਗਿਆ ਜਾਂ ਮੈਂ ਡਰ ਗਿਆ, ਮੈਂ ਨਹੀਂ ਲਾਉਣਾ, ਇੱਦਾਂ ਦਾ ਕੁਛ ਨਹੀਂ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਕੋਈ ਵੀ ਅਸੀਂ ਵੈਕਸੀਨ ਲਾਉਂਦੇ ਹਾਂ, ਜਦੋਂ ਸਾਡੇ ਸਰੀਰ ਉਹਦੇ ਲਈ ਤਿਆਰ ਹੁੰਦਾ ਹੈ ਅਤੇ ਉਹ ਕੋਈ ਨਾ ਕੋਈ ਰਿਸਪੌਂਸ ਦਿੰਦਾ ਹੈ, ਚਾਹੇ ਉਹ ਦਰਦ ਦੇ ਰੂਪ 'ਚ ਦੇਵੇ, ਚਾਹੇ ਉਹ ਬੁਖਾਰ ਦੇ ਰੂਪ 'ਚ ਦੇਵੇ, ਚਾਹੇ ਉਹ ਸਾਡਾ ਥੋੜ੍ਹਾ ਪੇਟ ਖਰਾਬ ਹੋ ਜਾਏ। ਉਹ ਜਿਹੜਾ ਕੋਈ ਨਾ ਕੋਈ ਰਿਸਪੌਂਸ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਦੇਣਾ ਹੁੰਦਾ, ਅਤੇ ਇਹ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਘਰ ਗਿਆ, ਮੈਨੂੰ ਮਾਈਲਡ ਕਿਤੇ ਦਰਦ ਹੋਣੀ ਸ਼ੁਰੂ ਹੋ ਗਈ ਹੈ, ਜਾਂ ਮੈਨੂੰ ਹਲਕਾ ਬੁਖਾਰ ਰਹਿਣਾ ਸ਼ੁਰੂ ਹੋ ਗਿਆ, ਜਾਂ ਮੈਨੂੰ ਤੇਜ਼ ਬੁਖਾਰ ਵੀ ਹੋ ਗਿਆ, ਜਾਂ ਮੈਨੂੰ ਚਿਲਜ਼ ਆ ਰਹੇ ਆ, ਜਾਂ ਕੁਛ ਵੀ ਇੱਦਾਂ ਦਾ ਹੁੰਦਾ ਆ, ਤਾਂ ਤੁਸੀਂ ਸਿੰਪਲ ਪੈਰਾਸੀਟਾਮੋਲ ਲੈ ਸਕਦੇ ਆ। ਕੋਈ ਇਹਦੇ 'ਚ ਘਬਰਾਉਣ ਦੀ ਗੱਲ ਨਹੀਂ। ਪਰ ਦੂਜੀ ਡੋਜ਼ ਜਿਹੜੀ ਹੈ ਤੁਹਾਨੂੰ ਜ਼ਰੂਰ ਲਾਉਣੀ ਚਾਹੀਦੀ ਹੈ, ਕਿਉਂਕਿ ਦੂਜੀ ਡੋਜ਼ 'ਤੇ 2 ਜਾਂ 3 ਹਫ਼ਤਿਆਂ ਤੋਂ ਬਾਅਦ ਤੁਹਾਡੇ ਜਿਹੜੀ ਇੱਕ ਬਿਮਾਰੀ ਨਾਲ ਲੜਨ ਲਈ ਜਿਹੜੇ ਐਂਟੀਬੋਡੀ ਆਪਾਂ ਦੱਸਦੇ ਆ, ਹੈ ਨਾ, ਐਂਟੀਬੋਡੀਜ਼ ਜਿਹੜੇ ਆ ਸਰੀਰ ਦੇ ਵਿੱਚ ਬਣਨੇ ਸ਼ੁਰੂ ਹੋ ਜਾਂਦੇ ਆ। ਤਾਂ ਹੀ ਉਹ ਜਿਹੜੀ ਸਾਡੀ ਇਮਿਊਨਾਈਜੇਸ਼ਨ ਹੈ ਉਹ ਕਾਰਗਰ ਸਾਬਿਤ ਹੋਏਗੀ। ਅਤੇ ਇਸ ਕਰਕੇ ਸੈਕਿੰਡ ਡੋਜ਼ ਲਵਾਉਣਾ ਜ਼ਰੂਰੀ ਆ। ਮਾਈਲਡ ਸਿੰਪਟਮਸ ਕੋਈ ਆਉਂਦੇ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ। ਸਰ, ਮੈਂ ਤੁਹਾਡੇ ਤੋਂ ਹੁਣੇ ਪੁੱਛਣਾ ਚਾਹਾਂਗਾ ਕਿ ਕਿਹਨਾਂ ਨੂੰ ਕਰੋਨਾ ਦਾ ਟੀਕਾ ਨਹੀਂ ਲਗਵਾਉਣਾ ਚਾਹੀਦਾ? ਕਿ ਕਰੋਨਾ ਦਾ ਜੋ ਇੰਜੈਕਸ਼ਨ ਹੈ ਸਾਰਿਆਂ ਲਈ ਹੀ ਸੇਫ ਹੈ, ਜਾਂ ਕਿਸੇ ਹਾਲਾਤ 'ਚ ਨਹੀਂ ਲਗਵਾਉਣਾ ਚਾਹੀਦਾ? ਜਾਂ ਵੀ ਦੇਖਿਆ ਜਾਂਦਾ ਹੈ ਕਿ ਇੱਕ ਮਿੱਥ ਹੈ ਕਿ ਜੋ ਪ੍ਰੈਗਨੈਂਟ ਲੇਡੀਜ਼ ਨੇ ਜਾਂ ਉਹਨਾਂ ਨੂੰ ਨਹੀਂ ਲਗਵਾਉਣਾ ਚਾਹੀਦਾ, ਜਾਂ ਇਹਦੇ ਨਾਲ
ਜੋ ਬੱਚਾ ਕਨਸੀਵ ਕਰਨ 'ਚ ਪ੍ਰੋਬਲਮ ਆਉਂਦੀ ਹੈ ਜਾਂ ਬਾਂਝਪਨ ਦੀ ਪ੍ਰੋਬਲਮ ਆਉਂਦੀ ਹੈ, ਇਹ ਵੀ ਮਿੱਥ ਹੈ ਜਾਂ ਇਹਦੇ ਵਿੱਚ ਕੀ ਸੱਚਾਈ ਹੈ, ਇਹਦੇ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਜਿਹੜਾ ਤੁਸੀਂ ਇਹ ਕੁਐਸਚਨ ਪੁੱਛ ਰਹੇ ਹੋ ਕਿ ਇਹਦੇ ਨਾਲ ਜੀ ਬਾਂਝਪਨ ਦੀ ਸਮੱਸਿਆ ਆ ਜਾਂਦੀ ਜਾਂ ਕੁਛ ਆ ਜਾਂਦਾ, ਇਹ ਤਾਂ ਮੈਨੂੰ ਮਿੱਥ ਹੀ ਲੱਗਦਾ। ਜੇ ਇਦਾਂ ਦਾ ਕੁਛ ਹੁੰਦਾ ਤਾਂ ਸਰਕਾਰ ਸ਼ਾਇਦ ਇਸ ਵੈਕਸੀਨ ਨੂੰ ਲਾਂਚ ਹੀ ਨਾ ਕਰਦੀ। ਠੀਕ ਹੈ, ਇੱਦਾਂ ਦਾ ਕੁਛ ਨਹੀਂ ਹੈਗਾ। ਬਾਕੀ ਪ੍ਰੈਗਨੈਂਟ ਲੇਡੀ ਨੂੰ ਲਵਾਉਣਾ ਚਾਹੀਦਾ ਜਾਂ ਨਹੀਂ ਲਵਾਉਣਾ, ਸਰਕਾਰ ਸਾਰੀ ਗਾਈਡਲਾਈਨਸ ਨਾਲੋਂ ਨਾਲ ਭੇਜ ਰਹੀ ਹੈ। ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕਨਫਿਊਜ਼ਨ ਹੈ, ਉਹ ਆਪਣੇ ਉਸ ਕੰਸਰਨਿੰਗ ਡਾਕਟਰ ਨਾਲ ਕੰਸਲਟ ਕਰ ਸਕਦਾ। ਮੰਨ ਲਓ ਕਿਸੇ ਨੂੰ ਵੀ ਕੋਈ ਸੀਵੀਅਰ ਡਿਜ਼ੀਜ਼ ਹੈਗੀ ਆ, ਉਹਨੂੰ ਉਹ ਲਵਾਉਣੀ ਚਾਹੀਦੀ ਹੈ ਵੈਕਸੀਨ ਕਿ ਨਹੀਂ, ਉਹ ਆਪਣਾ ਜਿਹੜਾ ਉਹਦਾ ਕੰਸਰਨਿੰਗ ਡਾਕਟਰ ਆ, ਜਿਹੜੀ ਉਹਨੂੰ ਉਹ ਬਿਮਾਰੀ ਹੈਗੀ ਆ, ਉਹਦੇ ਨਾਲ ਰਿਲੇਟਡ ਜਿਹੜਾ ਉਹਦਾ ਡਾਕਟਰ ਆ ਜਿੱਥੇ ਟਰੀਟਮੈਂਟ ਚੱਲਦਾ, ਉਹਦੇ ਨਾਲ ਕੰਸਲਟ ਕਰਕੇ ਜੇ ਉਹ ਉਹਨੂੰ ਕਹਿ ਦਿੰਦਾ ਆ ਕਿ ਹਾਂਜੀ ਤੁਸੀਂ ਲਾਓ, ਤਾਂ ਇਟ ਮੀਨਸ ਉਹ ਸੇਫ ਹੈ। ਜੇ ਉਹ ਜਿੱਦਾਂ ਉਹ ਗਾਈਡ ਕਰੇਗਾ, ਉਹਦੀ ਗਾਈਡਲਾਈਨਸ 'ਤੇ ਤੁਸੀਂ ਲਵਾ ਸਕਦੇ ਆ ਜਿਨ੍ਹਾਂ ਨੂੰ ਕੋਈ ਸੀਵੀਅਰ ਪ੍ਰੋਬਲਮਸ ਹੈਗੀਆਂ ਆ। ਬਾਕੀ ਜਿਨ੍ਹਾਂ ਨੂੰ ਕੋਈ ਨਾ ਕੋਈ ਕੋਮੋਰਬਿਡਿਟੀ ਹੈਗੀ ਆ, ਜਿੱਦਾਂ ਕਈ ਪੇਸ਼ੈਂਟ ਹਾਰਟ ਦੇ ਮਰੀਜ਼ ਹੈਗੇ ਆ, ਕਈਆਂ ਨੂੰ ਡਾਇਬਟੀਜ਼ ਹੈਗੀ ਆ, ਇਹਨਾਂ ਲੋਕਾਂ ਨੂੰ ਵਾਇਰਲ ਜਿਹੜਾ ਹੈਗਾ ਉਹ ਛੇਤੀ ਕੈਚ ਕਰ ਲੈਂਦਾ ਕਿਉਂਕਿ ਇਹਨਾਂ ਦੀ ਇਮਿਊਨਿਟੀ ਵੀਕ ਹੁੰਦੀ ਆ। ਇਹਨਾਂ ਲੋਕਾਂ ਨੂੰ ਤਾਂ ਲਾਉਣਾ ਹੀ ਚਾਹੀਦਾ। ਬਾਕੀ ਜੇ ਤੁਹਾਡੀ ਕੋਈ ਡਿਜ਼ੀਜ਼ ਕਿਸੇ ਤਰ੍ਹਾਂ ਦੀ ਜ਼ਿਆਦਾ ਹੀ ਸੀਵੀਅਰ ਹੈਗੀ ਆ, ਅਤੇ ਜੇ ਤੁਹਾਨੂੰ ਕਨਫਿਊਜ਼ਨ ਹੈਗਾ, ਤਾਂ ਤੁਹਾਡਾ ਜਿਹੜਾ ਡਾਕਟਰ ਹੈਗਾ ਜਿਹੜਾ ਤੁਹਾਡਾ ਇਲਾਜ ਕਰ ਰਿਹਾ, ਤੁਸੀਂ ਉਹਦੇ ਨਾਲ ਕੰਸਰਨ ਕਰਕੇ ਆਪਣੀ ਜਿਹੜੀ ਵੈਕਸੀਨੇਸ਼ਨ ਹੈ ਉਹ ਲਵਾ ਸਕਦੇ ਆ। ਕਿਸ ਤਰ੍ਹਾਂ ਵੈਕਸੀਨੇਸ਼ਨ ਤੁਹਾਡੀ ਕਰਨੀ ਆ, ਕਦੋਂ ਕਰਨੀ ਆ, ਉਹ ਸਾਰਾ ਕੁਝ ਤੁਹਾਨੂੰ ਗਾਈਡ ਕਰਨਗੇ, ਅਤੇ ਇਹਦੇ ਵਿੱਚ ਵੀ ਕੋਈ ਕਨਫਿਊਜ਼ ਹੋਣ ਦੀ ਗੱਲ ਨਹੀਂ ਹੈਗੀ। ਸਰ, ਮੇਰਾ ਅਗਲਾ ਪ੍ਰਸ਼ਨ ਹੈ ਕਿ ਜਿਹੜਾ ਕੋਵਿਡ ਜੇ ਕਿਸੇ ਨੂੰ ਹੋਇਆ ਹੈ, ਕਰੋਨਾ ਹੋਇਆ, ਲੋਕ ਠੀਕ ਵੀ ਹੋ ਰਹੇ ਨੇ। ਕੋਵਿਡ ਦਾ ਪੇਸ਼ੈਂਟ ਜਦੋਂ ਠੀਕ ਹੋ ਜਾਂਦਾ ਹੈ, ਠੀਕ ਠਾਕ ਹੋ ਕੇ ਘਰ ਆ ਗਿਆ, ਕੀ ਉਹਨੂੰ ਵੀ ਇੰਜੈਕਸ਼ਨ ਲਗਵਾਉਣ ਦੀ ਲੋੜ ਹੈ ਜਾਂ ਉਹਨੂੰ ਦੁਬਾਰਾ ਵੀ ਕਰੋਨਾ ਦਾ ਇਨਫੈਕਸ਼ਨ ਹੋ ਸਕਦਾ ਹੈ? ਇਹਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜਿਹੜਾ ਤੁਸੀਂ ਇਹ ਕੁਐਸਚਨ ਪੁੱਛਿਆ ਕਿ ਪੇਸ਼ੈਂਟ ਜਿਹੜਾ ਕੋਵਿਡ ਤੋਂ ਠੀਕ ਹੋ ਗਿਆ, ਉਹਦੀ ਹਾਲੇ ਵੈਕਸੀਨੇਸ਼ਨ ਨਹੀਂ ਹੋਈ, ਕਿ ਉਹਨੂੰ ਉਹ ਤੋਂ ਬਾਅਦ ਦੇ ਵਿੱਚ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ ਕਿ ਨਹੀਂ। ਇਹਦੇ 'ਚ ਮੈਂ ਤੁਹਾਨੂੰ ਦੱਸਾਂ, ਜਦੋਂ ਕੋਈ ਕੋਵਿਡ ਪੇਸ਼ੈਂਟ ਜਿਹਨੂੰ ਕਰੋਨਾ ਦੀ ਹਾਲੇ ਕੋਈ ਵੈਕਸੀਨੇਸ਼ਨ ਨਹੀਂ ਹੋਈ ਹੈ, ਜਿਹਦੀ ਜੇ ਉਹ ਠੀਕ ਹੋ ਗਿਆ, ਅਤੇ ਇਹ ਨਹੀਂ ਹੈਗਾ ਕਿ ਉਹਨੂੰ ਹੁਣ ਮੁੜ ਕੇ ਨਹੀਂ ਹੋਏਗਾ। ਠੀਕ ਹੈ, ਪਹਿਲਾ ਪ੍ਰਸ਼ਨ ਤਾਂ ਇਹ ਕਿ ਇਹ ਨਹੀਂ ਹੋ ਸਕਦਾ ਕਦੇ ਕਿ ਉਹਨੂੰ ਮੁੜ ਕੇ ਨਹੀਂ ਹੋਗਾ, ਹੋ ਸਕਦਾ ਹੈ। ਠੀਕ ਹੈ, ਉਹ ਤੋਂ ਬਚਣ ਲਈ ਵੈਕਸੀਨੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਦੂਜਾ, ਜੇ ਮੰਨ ਲਓ ਉਹ ਠੀਕ ਵੀ ਹੋ ਗਿਆ, ਦਵਾਈਆਂ ਨਾਲ ਠੀਕ ਹੋ ਗਿਆ, ਆਪਣੇ ਘਰ ਰਹਿ ਕੇ ਠੀਕ ਹੋ ਗਿਆ ਉਹਨੇ, ਅਤੇ ਜਿਹੜੀ ਉਹਦੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈਗੀ ਹੈ ਜਾਂ ਕੋਵਿਡ ਨਾਲ ਲੜਨ ਦੀ ਸ਼ਕਤੀ ਹੈਗੀ ਹੈ, ਇੱਕ ਮੈਂ ਆਮ ਭਾਸ਼ਾ 'ਚ ਤੁਹਾਨੂੰ ਦੱਸ ਰਿਹਾ, ਉਹਦਾ ਇਹ ਨਹੀਂ ਪਤਾ ਉਹ ਕਦੋਂ ਤੱਕ ਐਕਸਟੈਂਡ ਕਰੇਗੀ। ਪਰ ਵੈਕਸੀਨੇਸ਼ਨ ਹੈ ਜਿਹੜੀ ਉਹ ਤੁਹਾਨੂੰ ਕਨਫਰਮ ਕਰ ਦਿੰਦੀ ਹੈ ਕਿ ਤੁਹਾਡੀ ਜਿਹੜੀ ਉਸ ਬਿਮਾਰੀ ਨਾਲ ਲੜਨ ਦੀ ਜਿਹੜੀ ਇੱਕ क्षमता ਹੈਗੀ ਹੈ ਜਾਂ ਟਾਈਮ ਪੀਰੀਅਡ ਹੈ, ਉਹ ਕਿਸ ਤੱਕ ਐਕਸਟੈਂਡ ਕਰ ਗਿਆ। ਇਸ ਕਰਕੇ ਵੈਕਸੀਨੇਸ਼ਨ, ਚਾਹੇ ਤੁਸੀਂ ਕੋਵਿਡ ਤੋਂ ਠੀਕ ਹੋ ਗਏ ਆ, ਕਰਾਉਣਾ ਬਹੁਤ ਹੀ ਜ਼ਰੂਰੀ ਹੈ। ਅਤੇ ਦੂਜਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿੱਦਾਂ ਅਸੀਂ ਵੈਕਸੀਨੇਸ਼ਨ ਕਰਦੇ ਰਹਾਂਗੇ, ਉੱਦਾਂ ਸਾਡੇ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੀ ਇਨਡਾਇਰੈਕਟ ਜਿਹੜੀ ਆ ਹਰਡ ਇਮਿਊਨਿਟੀ ਆ ਉਹ ਪੈਦਾ ਹੋ ਸਕਦੀ ਹੈ ਨਾ। ਅਤੇ ਇਸ ਕਰਕੇ ਵੈਕਸੀਨੇਸ਼ਨ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਹੈ। ਅਸੀਂ ਘਰ ਦੇ ਵਿੱਚ ਕਿਸ ਤਰ੍ਹਾਂ ਆਪਣਾ ਰੈਗੂਲਰ ਚੈੱਕਅਪ ਕਰੀਏ? ਜਿੱਦਾਂ ਘਰਾਂ ਦੇ ਵਿੱਚ ਛੋਟੇ ਬੱਚੇ ਵੀ ਨੇ ਜਾਂ ਨਿਊ ਬੋਰਨ ਬੇਬੀਜ਼ ਨੇ, ਫੀਮੇਲਸ ਨੇ, ਪ੍ਰੈਗਨੈਂਟ ਲੇਡੀਜ਼ ਨੇ, ਜਾਂ ਬਜ਼ੁਰਗ ਨੇ, ਜਾਂ ਕਮਾਉਣ ਵਾਲਾ ਜੋ ਘਰ 'ਚ ਜ਼ਿੰਮੇਵਾਰ ਵਿਅਕਤੀ ਹੈ, ਹਰ ਰੋਜ਼ ਆਉਂਦਾ ਜਾਂਦਾ ਹੈ, ਉਹਦਾ ਲੋਕਾਂ ਦੇ ਨਾਲ ਬਹਿਣਾ ਉੱਠਣਾ ਹੁੰਦਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨਾਲ ਮਿਲਦਾ ਹੈ, ਕਿਤੇ ਬਹਿ ਕੇ ਖਾਣਾ ਖਾਂਦਾ ਹੈ, ਚਾਹ ਪੀਂਦਾ ਹੈ, ਜਾਂ ਬੱਸ ਵਿੱਚ ਆਉਂਦਾ ਹੈ, ਜਾਂ ਆਪਣੇ ਵਹੀਕਲ 'ਤੇ ਹੀ ਆਉਂਦਾ ਹੈ। ਅਤੇ ਕਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਆਪਣਾ ਚੈੱਕਅਪ ਕਰ ਸਕਦੇ ਹਾਂ ਕਿ ਸਾਨੂੰ ਕਿਤੇ ਕਰੋਨਾ ਤਾਂ ਨਹੀਂ ਹੋ ਰਿਹਾ, ਜਾਂ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਕਿ ਅਸੀਂ ਕਰੋਨਾ ਤੋਂ ਬਚੀਏ? ਸਭ ਤੋਂ ਪਹਿਲੀ ਗੱਲ, ਅਸੀਂ ਕਰੋਨਾ ਤੋਂ ਕਿਵੇਂ ਬਚੀਏ? ਘਰ 'ਚ ਅਸੀਂ ਰਹਿੰਦੇ ਹਾਂ, ਸਾਡੇ ਘਰਾਂ ਦੇ ਵਿੱਚ ਬਜ਼ੁਰਗ, ਸਾਡੇ ਮਾਤਾ ਪਿਤਾ ਵੀ ਹੁੰਦੇ ਆ, ਠੀਕ ਹੈ ਜੀ, ਕਈਆਂ ਦਾਦਾ ਦਾਦੀ ਵੀ ਹੁੰਦੇ ਆ, ਠੀਕ ਹੈ। ਉਹ ਤੋਂ ਬਾਅਦ ਜਿੱਦਾਂ ਤੁਸੀਂ ਦੱਸ ਰਹੇ ਹੋ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਆ, ਠੀਕ ਹੈ, ਜਾਂ ਛੋਟੇ ਬੱਚੇ ਹੁੰਦੇ ਆ, ਜਾਂ ਕੋਈ ਹੋਰ ਸਾਡੇ ਜਿਹੜੇ ਬਜ਼ੁਰਗ ਆ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਾ। ਅਤੇ ਜਿਹੜਾ ਬੰਦਾ ਘਰੋਂ ਬਾਹਰ ਜਾਂਦਾ, ਉਹਦੀ ਇੱਕ ਜ਼ਿੰਮੇਵਾਰੀ ਬਣਦੀ ਉਹ ਕਿਤੇ ਬਾਹਰੋਂ ਬਿਮਾਰੀ ਤਾਂ ਨਹੀਂ ਲੈ ਕੇ ਅੰਦਰ ਵੜਦਾ। ਅਤੇ ਮਾਸਕ ਪਾਉਣਾ ਬਹੁਤ ਜ਼ਰੂਰੀ ਆ। ਮੈਂ ਤਾਂ ਇਹੀ ਕਹੂੰ, ਜਿਹੜਾ ਬੰਦਾ ਘਰੋਂ ਬਾਹਰ ਨਿਕਲਦਾ ਹੈ, ਪ੍ਰੋਪਰ ਤਰੀਕੇ ਨਾਲ ਆਪਣੀ ਸਾਫ਼ ਸਫਾਈ ਦਾ ਖਿਆਲ ਰੱਖੇ, ਮਾਸਕਿੰਗ ਦਾ ਖਿਆਲ ਰੱਖੇ। ਇਹ ਚੀਜ਼ਾਂ ਨਾਲ ਅਸੀਂ ਆਪਣੇ, ਤਾਂ ਜੋ ਇੱਕ ਰਿਸਪੋਂਸੀਬਲ ਪਰਸਨ ਬਣੀਏ, ਅਸੀਂ ਆਪਣੇ ਪਰਿਵਾਰ ਨੂੰ ਕੋਈ ਬਿਮਾਰੀ ਬਾਹਰੋਂ ਲਿਆ ਕੇ ਨਾ ਦੇ ਦਈਏ। ਠੀਕ ਹੈ। ਬਾਕੀ ਜਿਹੜੇ ਸਾਡੇ ਬਜ਼ੁਰਗ ਆ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਲੱਗੀ ਹੈ ਜਾਂ ਜਿਨ੍ਹਾਂ ਦੀ ਓਲਡ ਏਜ ਹੈਗੀ ਆ, ਉਹਨਾਂ ਨੂੰ ਜਿਹੜੀ ਹੈ ਇਨਫੈਕਸ਼ਨ ਤੋਂ ਬਚਾਉਣਾ ਜ਼ਿਆਦਾ ਜ਼ਰੂਰੀ ਹੈਗਾ। ਅਤੇ ਇਸ ਕਰਕੇ ਸਾਨੂੰ ਜਿਹੜਾ ਬਾਰ-ਬਾਰ ਆਪਣੇ ਹੱਥ ਧੋਣੇ, ਸੈਨੀਟਾਈਜੇਸ਼ਨ ਕਰਨੀ ਹੱਥਾਂ ਦੀ, ਜਾਂ ਆਪਣੇ ਜਿਹੜੇ ਆਲਾ ਦੁਆਲਾ ਆ ਉਹਨੂੰ ਸਾਫ਼ ਰੱਖਣਾ, ਮਾਸਕ ਪਾਉਣਾ, ਇਹ ਬਹੁਤ ਜ਼ਰੂਰੀ ਆ। ਹਾਂ, ਜੇ ਕਿਸੇ ਨੂੰ ਰੈਗੂਲਰ ਸਿੰਪਟਮਸ ਵੀ ਲੱਗਦੇ ਆ ਵੀ ਇਹ ਮੈਨੂੰ ਚੀਜ਼ਾਂ ਆ ਰਹੀਆਂ ਤਾਂ ਮੇ ਵੀ ਮੈਨੂੰ ਹੋ ਸਕਦਾ, ਇੱਕ ਤਾਂ ਜ਼ਰੂਰੀ ਹੈਗਾ ਕਿ ਆਪਣਾ ਟੈਸਟ ਕਰਾਓ। ਅਤੇ ਦੂਜਾ ਜਿਹੜਾ ਹੈਗਾ, ਅੱਜ ਕੱਲ੍ਹ ਦੇਖੋ ਪਲਸ ਆਕਸੀਮੀਟਰ ਵਗੈਰਾ ਸਾਰਿਆਂ ਨੇ ਘਰਾਂ 'ਚ ਰੱਖ ਰਿਹਾ, ਲੋਕ ਇਹਨਾਂ ਤੋਂ ਜਾਣੂ ਹੋ ਗਏ ਆ।
ਤੇ ਆਪਾਂ ਉਹਦੇ 'ਚ ਆਪਣੀ ਆਕਸੀਜਨ ਸੈਚੂਰੇਸ਼ਨ ਦੇਖ ਸਕਦੇ ਹਾਂ, ਪਲਸ ਰੇਟ ਦੇਖ ਸਕਦੇ ਹਾਂ। ਠੀਕ ਹੈ, ਜੇ ਸਾਨੂੰ ਕਿਤੇ ਲੱਗਦਾ ਹੈ ਸਾਡੀ ਆਕਸੀਜਨ ਦਾ ਜਿਹੜਾ ਸੈਚੂਰੇਸ਼ਨ ਆ ਉਹ 94 ਤੋਂ ਥੱਲੇ ਹੁੰਦਾ ਤੇ ਸਾਨੂੰ ਆਪਣੇ ਡਾਕਟਰ ਦੇ ਨਾਲ ਕੰਸਲਟ ਕਰ ਦੇਣਾ ਜ਼ਰੂਰੀ ਹੁੰਦਾ ਹੈ। ਠੀਕ ਹੈ, ਆਪਣਾ ਟੈਂਪਰੇਚਰ ਹੈ ਜਿਹੜਾ ਅੱਜ ਕੱਲ੍ਹ ਲੋਕਾਂ ਨੇ ਘਰ ਹੀ ਰੱਖ ਲਿਆ ਹੈ, ਸਾਰਾ ਕੁਝ ਰੈਗੂਲਰ ਚੈੱਕਅਪ ਕਰਦੇ ਰਹੋ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਆਪਣੀਆਂ ਇਹ ਚੀਜ਼ਾਂ ਰੈਗੂਲਰ ਆਪਣੇ ਚੈੱਕਅਪ ਕਰੋ। ਇਨ ਕੇਸ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਮੇਰੀ ਆਕਸੀਜਨ ਇਹ ਹੈ ਜਾਂ ਮੇਰਾ ਪਲਸ ਰੇਟ ਇਹ ਹੈ ਡਿਕਰੀਜ਼ ਕਰਦਾ ਜਾਂ ਕੁਝ ਹੋ ਰਿਹਾ ਹੈ, ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰੋ। ਉਹਦੇ 'ਚ ਵੀ ਕੋਈ ਘਬਰਾਉਣ ਦੀ ਗੱਲ ਨਹੀਂ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਤੇ ਸਾਡੇ ਚੈਨਲ ਤੇ ਸ਼ਿਰਕਤ ਕੀਤੀ। ਉਮੀਦ ਕਰਦਾ ਹਾਂ ਦਰਸ਼ਕਾਂ ਨੂੰ ਜੋ ਤੁਹਾਡੇ ਵੱਲੋਂ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਇਹ ਬਹੁਤ ਇੱਕ ਅਹਿਮ ਜਾਣਕਾਰੀ ਸੀ। ਇਹਦੇ ਨਾਲ ਕਾਫੀ ਦਰਸ਼ਕਾਂ ਦੇ ਮਨ ਦੇ ਵਿੱਚ ਜੋ ਕਹਿ ਸਕਦੇ ਹਾਂ ਦੁਬਿਧਾਵਾਂ ਸਨ, ਮਿੱਥ ਸਨ, ਅੰਧ ਵਿਸ਼ਵਾਸ ਸਨ, ਉਹ ਹਟੇ ਹੋਣਗੇ। ਤੇ ਅੰਤ ਵਿੱਚ ਮੈਂ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹਾਂਗਾ, ਬੀਇੰਗ ਤੁਸੀਂ ਇੱਕ ਡੈਂਟਿਸਟ ਹੋ, ਤੁਹਾਡਾ ਡੈਂਟਿਸਟਰੀ ਨਾਲ ਰਿਲੇਸ਼ਨ ਹੈ, ਬੀਇੰਗ ਤੁਸੀਂ NODS ਦੇ ਨਾਲ ਵੀ ਜੁੜੇ ਹੋ ਜੋ ਨੈਸ਼ਨਲ ਤੁਹਾਡੀ ਆਰਗੇਨਾਈਜੇਸ਼ਨ ਹੈ ਡੈਂਟਲ ਸਰਜਨ ਦੀ, ਜਾਂ ਫੇਸਬੁੱਕ ਦੇ ਉੱਤੇ ਵੀ ਤੁਸੀਂ ਐਕਟਿਵ ਰਹਿੰਦੇ ਹੋ, ਤੁਹਾਡੀ ਵੀਡੀਓਜ਼ ਮੈਂ ਦੇਖਦਾ ਰਹਿੰਦਾ ਹੈ, ਤੁਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਗਾਈਡ ਜ਼ਰੂਰ ਕਰਦੇ ਰਹਿੰਦੇ ਹੋ। ਬੀਇੰਗ ਡੈਂਟਿਸਟ ਜਾਂ ਡੈਂਟਿਸਟਰੀ ਦੇ ਥਰੂ ਕਿਸ ਤਰ੍ਹਾਂ ਲੋਕਾਂ ਨੂੰ ਇਸ ਜਾਣਕਾਰੀ ਮਤਲਬ ਇਸ ਬਿਮਾਰੀ ਦੇ ਨਾਲ ਲੜਨ ਲਈ ਕਿਸ ਤਰ੍ਹਾਂ ਤੁਸੀਂ ਆਗਾਹ ਕਰ ਸਕਦੇ ਹੋ ਜਾਂ ਕੀ ਤੁਸੀਂ ਸਟੈਪ ਲੈ ਰਹੇ ਹੋ, ਉਹਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਸਰ, ਰੋਜ਼ ਨਿਊਜ਼ ਸੁਣਦੇ ਹਾਂ ਵੀ ਅੱਜ ਇਸ ਡਾਕਟਰ ਦੀ ਕੋਵਿਡ ਨਾਲ ਡੈਥ ਹੋ ਗਈ ਜਾਂ ਅੱਜ ਇਸ ਡਾਕਟਰ ਦੀ ਹੋ ਗਈ, ਅਤੇ ਬੜਾ ਦੁੱਖ ਲੱਗਦਾ ਹੈ ਸਾਰੀਆਂ ਚੀਜ਼ਾਂ ਸੁਣ ਕੇ। ਅਤੇ ਮੈਂ ਤਾਂ ਜਿਹੜੇ ਮੇਰੇ ਫੀਲਡ ਦੇ ਜਿਹੜੇ ਡਾਕਟਰਸ ਹੈਗੇ ਆ, ਅਤੇ ਮੈਂ ਤਾਂ ਉਹਨਾਂ ਨੂੰ ਇਹ ਸੁਜੈਸਟ ਜ਼ਰੂਰ ਕਰੂੰਗਾ ਕਿ ਜਿੰਨੇ ਵੀ ਤੁਹਾਡੇ ਨੋਨ ਐਸੈਂਸ਼ੀਅਲਸ ਪ੍ਰੋਸੀਜਰ ਹੈਗੇ ਆ ਉਹਨਾਂ ਨੂੰ ਅਸੀਂ ਪੋਸਟਪੋਨ ਕਰ ਸਕਦੇ ਹਾਂ। ਨੋਨ ਐਸੈਂਸ਼ੀਅਲ ਚੀਜ਼ਾਂ ਨੂੰ ਅਸੀਂ ਪੋਸਟਪੋਨ ਕਰ ਸਕਦੇ ਹਾਂ। ਓਨਲੀ ਜਿਹੜੇ ਐਸੈਂਸ਼ੀਅਲ ਪ੍ਰੋਸੀਜਰਸ ਹੈਗੇ ਆ ਉਹੀ ਪੇਸ਼ੈਂਟ ਦੇਖੇ ਜਾਣ, ਬਾਕੀ ਜਿਹੜੇ ਸਾਡੇ ਨੋਨ ਐਸੈਂਸ਼ੀਅਲ ਪ੍ਰੋਸੀਜਰ ਆ ਉਹਨਾਂ ਨੂੰ ਪੋਸਟਪੋਨ ਕੀਤਾ ਜਾਏ। ਅਤੇ ਜਿਹੜੀ ਦੂਜੀ ਗੱਲ ਹੈਗੀ ਹੈ ਲੋਕਾਂ ਦੇ ਰਿਗਾਰਡਿੰਗ, ਲੋਕਾਂ ਨੂੰ ਵੀ ਮੈਂ ਅਵੇਅਰ ਕਰਨਾ ਚਾਹੂੰਗਾ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਡੈਂਟਲ ਰਿਲੇਟਡ ਕੋਈ ਪ੍ਰੋਬਲਮ ਹੈਗੀ ਹੈ, ਜੇ ਤਾਂ ਤੁਹਾਡੀ ਕੋਈ ਜਿੱਦਾਂ ਦਰਦ ਤਕਲੀਫ ਹੈਗੀ ਹੈ ਜਾਂ ਕੋਈ ਤੁਹਾਨੂੰ ਹੋਰ ਸੀਵੀਅਰ ਪ੍ਰੋਬਲਮ ਹੈਗੀ ਆ, ਤਾਂ ਤੁਸੀਂ ਡੈਂਟਿਸਟ ਕੋਲ ਵਿਜ਼ਿਟ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਿੱਦਾਂ ਮੰਨ ਲਓ ਅੱਜ ਕੱਲ੍ਹ ਕਹੀ ਜਾਂਦੀ ਜੀ ਮੈਂ ਦੰਦ ਲਵਾਉਣੇ ਆ ਜਾਂ ਕਿ ਇਹਨਾਂ ਚੀਜ਼ਾਂ ਨੂੰ ਹਾਲੇ ਡਿਲੇ ਕੀਤਾ ਜਾ ਸਕਦਾ। ਮੈਂ ਇਹ ਨਹੀਂ ਕਹੂੰਗਾ ਕਿ ਉਹ ਕਿਸੇ ਵੀ ਡਾਕਟਰ ਤੋਂ ਜਾਣ ਜਿੱਥੇ ਨੋਨ ਐਸੈਂਸ਼ੀਅਲ ਚੀਜ਼ਾਂ ਲਈ ਉਹ ਉੱਥੇ ਡਿਲੇ ਕਰਨ, ਤਾਂ ਜੋ ਉਹ ਜਿਹੜੀ ਬਿਮਾਰੀ ਦਾ ਫੈਲਾਓ ਹੈ ਉਹਨੂੰ ਰੋਕਿਆ ਜਾ ਸਕੇ। ਜ਼ਰੂਰੀ ਚੀਜ਼ ਲਈ ਤੁਸੀਂ ਡਾਕਟਰ ਨੂੰ ਮਿਲੋ, ਪਰ ਜਿਹੜੀ ਤੁਹਾਡੀ ਗੈਰ ਜ਼ਰੂਰੀ ਚੀਜ਼ਾਂ ਹਨ ਉਹਦੇ ਲਈ ਤੁਸੀਂ ਫਿਲਹਾਲ ਜਿਹੜਾ ਡਾਕਟਰ ਕੋਲ ਨਾ ਜਾਓ, ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜਿਹੜਾ ਤੁਸੀਂ ਇਸ ਬਿਮਾਰੀ ਤੋਂ ਸੁਰੱਖਿਅਤ ਰੱਖੋ। ਇਹ ਸਨ ਸਾਡੇ ਡਾਕਟਰ ਅਕਸ਼ੇ ਸੰਦਲ ਜੀ ਜੋ ਬਾਈ ਪ੍ਰੋਫੈਸ਼ਨ ਡੈਂਟਿਸਟ ਨੇ ਅਤੇ ਕਮਾਹੀ ਦੇਵੀ ਦੇ ਵਿੱਚ ਤਕਰੀਬਨ 5 ਸਾਲ ਤੋਂ ਬੜੇ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ। ਇਹਨਾਂ ਦੇ ਵਾਈਫ ਵੀ ਡੈਂਟਿਸਟ ਨੇ, ਉਹ ਵੀ ਸੇਮ ਪ੍ਰੋਫੈਸ਼ਨ ਦੇ ਨਾਲ ਜੁੜੇ ਨੇ, ਡਾਕਟਰ ਸ਼ਿਬਾਨੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਚੈਨਲ 'ਤੇ ਸ਼ਿਰਕਤ ਕੀਤੀ, ਸਾਡੇ ਇਨਵੀਟੇਸ਼ਨ 'ਤੇ ਤੁਸੀਂ ਆਏ, ਕਿਉਂਕਿ ਇਹ ਬਹੁਤ ਇੱਕ ਗੰਭੀਰ ਵਿਸ਼ਾ ਸੀ ਜਿਸ ਦੇ ਉੱਤੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਅਸੀਂ ਇਹ ਵੀਡੀਓ ਬਣਾਇਆ। ਧੰਨਵਾਦ ਸਰ। ਧੰਨਵਾਦ। ਉਮੀਦ ਕਰਦਾ ਹਾਂ ਸਾਥੀਓ ਤੁਹਾਨੂੰ ਅੱਜ ਦਾ ਜੋ ਸ਼ੋਅ ਹੈ, ਅੱਜ ਦੇ ਜੋ ਸਾਡੇ ਮਹਿਮਾਨ ਸਨ ਡਾਕਟਰ ਅਕਸ਼ੇ ਸੰਦਲ ਜੀ, ਇਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਕੰਮ ਆਏਗੀ। ਤੁਸੀਂ ਇਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ, ਜੋ ਇਹਨਾਂ ਵੱਲੋਂ ਪ੍ਰੇਰਨਾ ਮੋਟੀਵੇਸ਼ਨ ਦਿੱਤੀ ਗਈ ਹੈ, ਉਹਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਢਾਲੋਗੇ ਅਤੇ ਕਰੋਨਾ ਦੇ ਨਾਲ ਲੜਨ ਦੇ ਵਿੱਚ ਇਸ ਦੇਸ਼ ਦਾ, ਪੰਜਾਬ ਦਾ ਸਹਿਯੋਗ ਦੇਵੋਗੇ। ਇਹ ਜੋ ਬਿਮਾਰੀ ਹੈ, ਇਹ ਬਿਮਾਰੀ ਸਰੀਰਕ ਬਿਮਾਰੀ ਹੈ, ਇਹਨੂੰ ਨਾ ਅਸੀਂ ਮਾਨਸਿਕ ਬਿਮਾਰੀ ਬਣਾਈਏ, ਲੋਕਾਂ ਦਾ ਸਾਥ ਦਈਏ। ਜੇ ਕਿਸੇ ਨੂੰ ਬਿਮਾਰੀ ਹੋ ਵੀ ਗਈ ਹੈ ਉਹਨੂੰ ਸ਼ੱਕ ਦੀ ਨਜ਼ਰ ਦੇ ਨਾਲ, ਦੁਸ਼ਮਣ ਦੀ ਨਜ਼ਰ ਦੇ ਨਾਲ ਨਾ ਦੇਖੀਏ। ਜਿਸ ਤਰ੍ਹਾਂ ਪਹਿਲਾਂ ਹੋਇਆ, ਪਿੰਡਾਂ ਦੇ ਵਿੱਚ ਲੋਕਾਂ ਨੇ ਬਹੁਤ ਗਲਤ ਕੀਤਾ, ਪਿੰਡਾਂ ਦੇ ਵਿੱਚ ਨਹੀਂ ਜਾਣ ਦਿੰਦੇ ਸੀ। ਕਿਸੇ ਦੇ ਪਿੰਡ ਕੋਈ ਕਰੋਨਾ ਨਾਲ ਕੇਸ ਹੋ ਗਿਆ, ਕਿਸੇ ਦੀ ਡੈਥ ਹੋ ਗਈ, ਉੱਥੇ ਨਹੀਂ ਜਾਣਾ। ਵਕਤ ਤਾਂ ਦੋਸਤੋ ਲੰਘ ਜਾਂਦਾ ਹੈ, ਕਰੋਨਾ ਵੀ ਲੰਘ ਜਾਣਾ ਹੈ, ਬਟ ਜੋ ਸਾਡਾ ਅੱਜ ਬਿਹੇਵੀਅਰ ਹੈ, ਜੋ ਸਾਡਾ ਆਪਣੇ ਘਰ ਦੇ ਮੈਂਬਰਾਂ ਨਾਲ ਹੈ, ਜੋ ਸਾਡਾ ਆਪਣੇ ਰਿਸ਼ਤੇਦਾਰਾਂ ਨਾਲ ਹੈ, ਦੋਸਤਾਂ ਨਾਲ ਹੈ, ਉਹ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ ਨੇ। ਅਤੇ ਪੋਜ਼ੀਟਿਵ ਹੋ ਕੇ ਚਲੋ, ਮੋਟੀਵੇਟਡ ਰਹੋ, ਲੋਕਾਂ ਦਾ ਸਹਾਰਾ ਬਣੋ। ਜਿੰਨੀ ਕਿਸੇ ਦੀ ਹੈਲਪ ਕਰ ਸਕਦੇ ਆ ਇਸ ਮਾੜੇ ਦੌਰ ਦੇ ਵਿੱਚ ਜ਼ਰੂਰ ਕਰੋ। ਤੁਹਾਡੀ ਵਜ੍ਹਾ ਦੇ ਨਾਲ ਕਿਸੇ ਦੀ ਜਾਨ ਬਚ ਜਾਵੇ, ਕਿਸੇ ਨੂੰ ਸਹੀ ਸਲਾਹ ਦੇਵੋ, ਉਹ ਇੱਕ ਬਹੁਤ ਪੁੰਨ ਦਾ ਕੰਮ ਹੈ।
ਨਾ ਕਿ ਤੁਹਾਡੀ ਇੱਕ ਅਣਗਹਿਲੀ ਦੇ ਨਾਲ, ਤੁਹਾਡੇ ਇੱਕ ਦੁਸ਼ਮਣੀ ਭਰੇ ਰਵੱਈਏ ਦੇ ਨਾਲ, ਜਾਂ ਤੁਹਾਡੇ ਮਾਨਸਿਕ ਕੋਈ ਤੁਹਾਨੂੰ ਜੋ ਗੱਲ ਘਰ ਕਰ ਗਈ ਹੈ ਕਿ ਕਰੋਨਾ ਹੋ ਗਿਆ, ਮੈਂ ਤਾਂ ਮਰ ਹੀ ਜਾਣਾ ਹੈ ਜੇ ਮੈਂ ਦੇ ਕੰਟੈਕਟ 'ਚ ਰਿਹਾ। ਅਤੇ ਇਹਨਾਂ ਗੱਲਾਂ ਤੋਂ ਅਸੀਂ ਬਚੀਏ, ਇੱਕ ਦੂਸਰੇ ਦਾ ਸਹਾਰਾ ਬਣੀਏ। ਉਮੀਦ ਕਰਦਾ ਹਾਂ ਅੱਜ ਦੇ ਸ਼ੋਅ ਦੇ ਵਿੱਚ ਦਿੱਤੀ ਗਈ ਜੋ ਜਾਣਕਾਰੀ ਹੈ ਤੁਸੀਂ ਇਹਨੂੰ ਜ਼ਰੂਰ ਅਪਣਾਓਗੇ। ਧੰਨਵਾਦ ਵੀਡੀਓ ਦੇਖਣ ਲਈ। ਥੈਂਕ ਯੂ ਵੈਰੀ ਮੱਚ।